ਸਤਿ ਸ਼੍ਰੀ ਅਕਾਲ ਪਿਆਰੇ ਬੱਚੇ, ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ। ਅੱਜ ਆਪਾਂ ਗੱਲ ਕਰਾਂਗੇ 10ਵੀਂ ਦੇ ਮੈਥ ਦੇ ਪੇਪਰ ਦੀ, ਜਿਹੜਾ ਤੁਹਾਡਾ ਹੋਣਾ ਸਤੰਬਰ ਐਗਜ਼ਾਮ, ਉਹਦੇ ਸੈਂਪਲ ਪੇਪਰ ਨੂੰ ਆਪਾਂ ਹੱਲ ਕਰਾਂਗੇ ਬੇਟਾ। ਸੈਂਪਲ ਪੇਪਰ ਦਾ ਮਤਲਬ ਇਹ ਹੁੰਦਾ ਵੀ ਤੁਹਾਨੂੰ ਇਸ ਨਾਲ ਦੇ ਕੁਐਸਚਨ ਆ ਜਿਹੜੇ ਉਹ ਪੁੱਛੇ ਜਾ ਸਕਦੇ ਨੇ। ਠੀਕ ਹੈ, ਵੀ ਕੁਐਸਚਨਾਂ ਦਾ ਜਿਹੜਾ ਲੈਵਲ ਆ ਉਹ ਇਸ ਪ੍ਰਕਾਰ ਦਾ ਰਹੇਗਾ। ਠੀਕ ਹੈ, ਚਲੋ ਆਪਾਂ ਫਸਟ ਕੁਐਸਚਨ ਇਹਦੇ ਵਿੱਚ ਸੋਲਵ ਕਰਦੇ ਹਾਂ। ਸਮੀਕਰਨ ax ਦੀ 2 + bx + c = 0 ਦੇ ਮੂਲ ਪਤਾ ਕਰੋ। ਆਪਾਂ ਰੂਟ ਇਹਦੇ ਪਤਾ ਕਰਨੇ ਨੇ, ਤਾਂ ਉਹਦੇ ਲਈ ਸਾਡੇ ਕੋਲ ਦੋ ਘਾਤੀ ਸੂਤਰ ਹੁੰਦਾ ਬੇਟਾ। ਸਭ ਨੂੰ ਪਤਾ ਹੀ ਹੈ ਵੀ ਜੀ ਅਸੀਂ ਇੱਕ ਸਮੀਕਰਨ, ਦੋ ਘਾਤੀ ਸਮੀਕਰਨ ax ਦੀ 2 + bx + c = 0 ਦੇ ਅਸੀਂ ਮੂਲ ਪਤਾ ਕਰਨੇ ਨੇ। ਤਾਂ ਸਾਡੇ ਕੋਲ ਦੋ ਘਾਤੀ ਸੂਤਰ ਹੁੰਦਾ x = -b ± ਵਰਗਮੂਲ ਦੇ ਵਿੱਚ v² - 4ac / 2a। ਇਸ ਨੂੰ ਅਸੀਂ ਦੋ ਘਾਤੀ ਸੂਤਰ ਵੀ ਬੋਲਦੇ ਹਾਂ। ਇਹ ਆਪਣੇ ਕੋਲ ਫਾਰਮੂਲਾ ਹੁੰਦਾ ਮੂਲ ਪਤਾ ਕਰਨ ਦਾ। ਤਾਂ ਇਹ ਦੇਖੋ ਬੇਟਾ ਕਿਹੜੀ ਆਪਸ਼ਨ ਹੈ, -b ± ਸਕੁਅਰ ਰੂਟ ਦੇ ਵਿੱਚ b² - 4ac/2a। ਕਿਹੜੀ ਆਪਸ਼ਨ ਹੈ ਆਪਣੀ? ਇਹ ਥਰਡ ਆਪਸ਼ਨ। ਤਾਂ ਇਹਦੇ ਲਈ ਥਰਡ ਆਪਸ਼ਨ ਹੈ ਜਿਹੜੀ ਉਹ ਸਹੀ ਆਊਗੀ। ਠੀਕ, ਪ੍ਰੇਖਣਾ ਅੰਕੜੇ ਆਪਾਂ ਨੂੰ ਦਿੱਤੇ ਹੋਏ ਆ x - 2a, x - a, x + a, x + 2a ਦਾ ਮੱਧਮਾਨ ਹੈ। ਮੱਧਮਾਨ ਕਿਵੇਂ ਕੱਢਦੇ ਹਾਂ ਬੇਟਾ? ਇਹਨਾਂ ਸਾਰਿਆਂ ਦਾ ਜੋੜ ਵਟਾ ਇਹਨਾਂ ਦੀ ਗਿਣਤੀ, ਅੰਕੜਿਆਂ ਦਾ ਜੋੜ ਵਟਾ ਅੰਕੜਿਆਂ ਦੀ ਗਿਣਤੀ। ਤਾਂ ਅੰਕੜਿਆਂ ਦਾ ਜੋੜ ਕਰ ਦਾਂਗੇ x - 2a + x - a + x + x + a + x + 2a, ਸਾਰਿਆਂ ਦਾ ਜੋੜ ਕਰ ਦਾਂਗੇ। ਡਿਵਾਈਡਡ ਬਾਏ ਭਾਗ ਕਿੰਨੇ ਨਾਲ ਕਰਨੀ ਹੈ? ਜਿੰਨੇ ਅੰਕੜੇ ਨੇ। ਕਿੰਨੇ ਨੇ? ਗਿਣਤੀ ਕਿੰਨੀ ਹੈ ਬੇਟਾ ਇਹਨਾਂ ਦੀ? 5 ਨੇ। ਠੀਕ ਹੈ, ਜਿਹੜੇ ਅਲੱਗ-ਅਲੱਗ ਸਾਈਨ ਵਾਲੇ ਨੇ -2a + 2a ਨਾਲ ਕੈਂਸਲ। ਠੀਕ ਹੈ, ਆਪਾਂ ਸਿੰਬਲ ਯੂਜ਼ ਕਰ ਲੈਂਦੇ ਹਾਂ ਤਾਂ ਤੁਹਾਨੂੰ ਜਲਦੀ ਸਮਝ ਆ ਜਾਏਗਾ। -2a ਇਹਦੇ ਨਾਲ ਕੈਂਸਲ, -a + a ਨਾਲ ਕੈਂਸਲ। ਠੀਕ ਹੈ, ਤਾਂ ਆਪਣੇ ਕੋਲ ਕੀ ਬਚ ਗਿਆ? ਹੁਣ ਤੁਸੀਂ ਦੇਖੋ 1 2 3 4 5, ਮਤਲਬ ਕੀ ਬਚ ਗਿਆ? 5x ਬਚ ਗਿਆ। 5x ਨੂੰ ਅਸੀਂ 5 ਨਾਲ ਭਾਗ ਕਰਨੀ ਆ, 5 ਨਾਲ 5 ਕੈਂਸਲ ਹੋ ਜੂ, ਮਤਲਬ 5 ਨਾਲ ਭਾਗ ਕਰਕੇ 1 ਆ ਜਾਏਗਾ। ਤਾਂ ਆਪਣੇ ਕੋਲ ਕੀ ਬਚ ਗਿਆ? ਇਕੱਲਾ x। ਤਾਂ ਇਹਨਾਂ ਪ੍ਰੇਖਣਾਂ ਦਾ, ਇਹਨਾਂ ਅੰਕੜਿਆਂ ਦਾ ਮੱਧਮਾਨ ਕਿੰਨਾ ਹੋਏਗਾ ਬੇਟਾ? x ਹੋਏਗਾ। ਠੀਕ ਹੈ, ਪਹਿਲੀ ਆਪਸ਼ਨ ਸਹੀ ਆ ਜੂਗੀ x। ਨੈਕਸਟ ਜਿਹੜਾ ਕੁਐਸਚਨ ਹੈ ਇਹ ਆਪਣਾ ਤ੍ਰਿਕੋਣਮਿਤੀ ਨਾਲ ਸੰਬੰਧਿਤ ਹੈ। ਫਿਲਹਾਲ ਇਹ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ। ਨੈਕਸਟ ਕੁਐਸਚਨ, ਚਿੱਤਰ ਵਿੱਚ O ਚੱਕਰ ਦਾ ਕੇਂਦਰ ਹੈ, ACB ਆਪਾਂ ਨੂੰ 30 ਦਿੱਤਾ, ਤਾਂ AOB ਜਿਹੜਾ ਕੇਂਦਰ 'ਤੇ ਕੋਣ ਬਣਿਆ ਉਹ ਆਪਾਂ ਪਤਾ ਕਰਨਾ। ਜਿਹੜਾ ਕੇਂਦਰ 'ਤੇ ਬਣਿਆ ਕੋਣ ਆ ਬੇਟਾ, ਕਿਸੇ ਚਾਪ ਦੁਆਰਾ ਕੇਂਦਰ 'ਤੇ, ਚੱਕਰ ਦੇ ਕੇਂਦਰ 'ਤੇ ਬਣਾਇਆ ਗਿਆ ਕੋਣ ਉਸ ਦੇ ਬਾਕੀ ਹਿੱਸੇ ਦੇ ਬਣੇ ਕੋਣ ਨਾਲੋਂ ਦੁੱਗਣਾ ਹੁੰਦਾ ਹੈ। ਠੀਕ ਹੈ, ਮਤਲਬ ਇਸ ਨਾਲੋਂ ਦੁੱਗਣਾ ਹੋਊਗਾ ਕੇਂਦਰ 'ਤੇ ਕੋਣ। ਕਿੰਨਾ ਹੋਊਗਾ? ਮਤਲਬ 60 ਡਿਗਰੀ। ਠੀਕ ਹੈ, ਜੇ ਇੱਥੇ 30 ਆ ਤਾਂ ਇੱਥੇ 60 ਹੋਏਗਾ। ਜੇ ਇੱਥੇ 45 ਹੁੰਦਾ ਉੱਪਰ ਤਾਂ ਇੱਥੇ ਨੀਚੇ 90 ਹੋ ਜਾਣਾ ਸੀ। ਠੀਕ ਹੈ ਬੇਟਾ। ਅਗਲਾ ਕੁਐਸਚਨ, ਇੱਕ ਮੈਦਾਨ ਵਿੱਚ ਚਿੱਤਰ ਵਿੱਚ ਵਿਖਾਏ ਅਨੁਸਾਰ ਦੋ ਖੰਭੇ AB = 6 ਸੈਂਟੀਮੀਟਰ, CD = 11 ਸੈਂਟੀਮੀਟਰ ਸਿੱਧੇ ਖੜੇ ਹਨ। ਜੇਕਰ BC 12 ਮੀਟਰ ਹੋਵੇ ਤਾਂ AD ਦਾ ਮੁੱਲ ਕਹਿੰਦੇ ਪਤਾ ਕਰੋ। ਠੀਕ, ਤਾਂ ਇੱਕ ਆਪਾਂ ਥੋੜ੍ਹੀ ਜਿਹੀ ਰਚਨਾ ਕਰ ਲੈਂਦੇ ਹਾਂ ਇਹਦੇ ਵਿੱਚ। ਇੱਥੋਂ ਸਿੱਧੀ ਲਾਈਨ ਖਿੱਚ ਦਾਂਗੇ। ਆਪਾਂ ਨੂੰ BC ਜਿਹੜੀ 12 ਦਿੱਤੀ ਆ ਉਹਦਾ ਮਤਲਬ ਆਪਾਂ ਨੂੰ ਆਹ ਵੀ 12 ਦਿੱਤਾ। ਇੱਥੇ ਆਪਾਂ ਆਪਣੇ ਕੋਲੋਂ ਬਿੰਦੂ ਲੈ ਲਓ, ਕੋਈ ਵੀ ਲੈ ਲਓ। ਇੱਥੇ ਜਿੱਥੇ ਖਤਮ ਹੋਇਆ ਇੱਥੇ ਬਿੰਦੂ ਲੈ ਲੈਂਦੇ ਆਪਾਂ, ਮੰਨ ਲਓ ਇਹ O ਲੈ ਲਓ। ਤਾਂ ਆਪਣੇ ਕੋਲ ਤ੍ਰਿਭੁਜ AOD ਜਿਹੜੀ ਬਣ ਗਈ ਹੈ ਸਮਕੋਣ ਤ੍ਰਿਭੁਜ ਬਣ ਗਈ ਬੇਟਾ। ਜਾਂ ਟੋਟਲ ਆ ਜਿਹੜਾ ਆਪਾਂ ਨੂੰ CD ਆ ਜਿਹੜਾ ਟੋਟਲ 11 ਦਿੱਤਾ ਹੈ, ਅਤੇ ਆਹ ਜਿਹੜਾ ਆਪਾਂ ਨੂੰ 6 ਬਣ ਜੂ, ਤਾਂ ਉੱਪਰ ਕਿੰਨਾ ਬਣ ਜੂਗਾ? 5, ਕਿਉਂਕਿ ਟੋਟਲ ਆਪਾਂ ਨੂੰ 11 ਦਿੱਤਾ। ਹੁਣ ਜਿਹੜੀ AOD ਹੈ, ਤ੍ਰਿਭੁਜ AOD, ਇਹ ਇੱਕ ਸਮਕੋਣ ਤ੍ਰਿਭੁਜ ਬਣ ਗਈ ਬੇਟਾ। ਠੀਕ ਹੈ, ਤਾਂ ਸਮਕੋਣ ਤ੍ਰਿਭੁਜ ਦੇ ਵਿੱਚ ਆਪਾਂ ਨੂੰ ਪਤਾ ਹੀ ਪਾਇਥਾਗੋਰਸ ਲੱਗਦੀ ਹੈ। ਕਰਨ ਦਾ ਵਰਗ ਬਾਕੀ ਦੀਆਂ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ। ਕਾਰਨ ਆਪਣੇ ਕੋਲ ਕੀ ਹੈ? AD ਦੀ 2, ਜਿਹੜਾ ਕਿ ਅਸੀਂ ਪਤਾ ਕਰਨਾ। ਉਹ ਬਾਕੀ ਦੀਆਂ ਵਰਗਾਂ ਦੇ ਜੋੜ, ਮਤਲਬ 5 ਦੀ 2 + 12 ਦੀ 2 ਇਹਦੇ ਬਰਾਬਰ ਹੋਊਗਾ। ਜਾਂ ਆਪਾਂ ਕਹਿ ਲਈਏ AD ਦੀ 2 ਕਿਹਦੇ ਬਰਾਬਰ ਹੋਊ? 25, 5 5 25, 12 12 144। ਤਾਂ AD ਦੀ 2 ਕਿਹਦੇ ਬਰਾਬਰ ਹੋ ਜੂ? 25 ਅਤੇ 144 ਦਾ ਆਪਾਂ ਜੋੜ ਕਰ ਦਾਂਗੇ 169 ਦੇ। ਜਾਂ ਆਪਾਂ ਕਹਿ ਲਈਏ AD ਕਿਹਦੇ ਬਰਾਬਰ ਹੋਊਗਾ? 13 ਮੀਟਰ ਦੇ। ਠੀਕ ਹੈ, AD ਕਿਹਦੇ ਬਰਾਬਰ ਹੋਊਗਾ? 13 ਮੀਟਰ ਦੇ, ਕਿਉਂਕਿ 169 ਦਾ ਜਿਹੜਾ ਵਰਗਮੂਲ ਹੈ ਉਹ 13 ਆਊਗਾ। ਜਾਂ ਆਪਾਂ ਕਹੀਏ 13 ਦਾ ਵਰਗ 169 ਆਊ। 13 ਨੂੰ 13 ਨਾਲ ਗੁਣਾ ਕਰ ਦਾਂਗੇ, 169 ਆਉਂਦਾ। ਤਾਂ ਇਸ ਕਰਕੇ ਜਿਹੜੀ AD ਹੈ ਉਹ ਕਿੰਨੀ ਆਊਗੀ? 13 ਮੀਟਰ। ਠੀਕ ਹੈ, ਚਲੋ ਕਿਹੜੀ ਆਪਸ਼ਨ ਸਹੀ ਆ ਜੂਗੀ? ਪਹਿਲੀ, 13 ਮੀਟਰ। ਬਹੁਤ ਇੰਪੋਰਟੈਂਟ ਕੁਐਸਚਨ ਹੈ।
ਜੇਕਰ A1 A2 A3 ਅਪ ਟੂ A21 ਇੱਕ ਅੰਕ ਗਣਿਤਕ ਲੜੀ ਹੈ ਜਿਸ ਦਾ ਸਾਂਝਾ ਅੰਤਰ D ਹੈ ਤਾਂ A1 A5 A9 A13 ਕੀ ਹੋਊਗੀ। ਦੇਖੋ ਬੇਟਾ ਜੇ ਇੱਥੇ ਵਿੱਚ 4 ਦਾ ਫਰਕ ਹੈ ਤਾਂ ਇਹ ਵੀ ਇੱਕ ਅੰਕ ਗਣਿਤਕ ਲੜੀ ਹੋਣੀ। ਅੰਕ ਗਣਿਤਕ ਲੜੀ ਦੇ ਵਿੱਚੋਂ ਜੇ ਫਰਕ ਨਾਲ ਸੇਮ ਫਰਕ ਨਾਲ ਸਾਰੇ ਅੰਕੜੇ ਕੱਢੇ ਗਏ ਨੇ, ਜਿਵੇਂ ਇੱਥੇ 4 ਦੇ ਫਰਕ ਨਾਲ ਕੱਢੇ ਗਏ ਨੇ, ਤਾਂ ਉਹ ਅੰਕ ਗਣਿਤਕ ਲੜੀ ਹੋਏਗੀ। ਹੁਣ ਸਾਂਝਾ ਅੰਤਰ ਜੇ ਇਹਦੇ ਵਿੱਚ D ਹੈ, ਠੀਕ ਹੈ, ਜੇ 4 ਦੇ ਫਰਕ ਨਾਲ ਆ, ਜਿਵੇਂ A1 ਇੱਥੇ 1 ਦੇਖਿਆ, ਇੱਥੇ 5 ਦੇਖਿਆ, ਇੱਥੇ 9, ਇੱਥੇ 4 ਦੇ ਫਰਕ ਨਾਲ, ਤਾਂ ਇਹ ਵੀ AP ਹੋਊਗੀ। ਇਹਦੇ ਵਿੱਚ ਸਾਂਝਾ ਅੰਤਰ ਕਿੰਨਾ ਹੋਊਗਾ 4D। ਜਿੰਨੇ ਦੇ ਫਰਕ ਨਾਲ ਹੋਊਗਾ ਉਨਾ ਸਾਂਝਾ ਅੰਤਰ ਹੋਊਗਾ, ਠੀਕ ਹੈ। ਤਾਂ ਆਪਾਂ ਦੇਖਦੇ ਹਾਂ, ਇਹ ਵੀ ਇੱਕ AP ਹੋਏਗੀ ਜਿਹਦੇ ਵਿੱਚ ਸਾਂਝਾ ਅੰਤਰ ਕੀ ਹੋਊਗਾ 4D, ਠੀਕ ਹੈ। ਪਹਿਲਾਂ ਵਾਲੀ ਦਾ ਜੇ ਸਾਂਝਾ ਅੰਤਰ D ਹੈ, ਜੇ ਉਹਦੇ ਨਵੇਂ ਹੁਣ ਆਪਾਂ ਅੰਕ ਗਣਿਤਕ ਲੜੀ 4 ਦੇ ਫਰਕ ਨਾਲ ਬਣ ਰਹੀ ਹੈ, A9 A13, ਠੀਕ ਹੈ। ਇਹ ਅੰਕ ਗਣਿਤਕ ਲੜੀ ਹੈ 4 ਦੇ ਫਰਕ ਨਾਲ ਨਾ ਬੇਟਾ, ਤਾਂ ਇਸ ਦੇ ਵਿੱਚ ਸਾਂਝਾ ਅੰਤਰ 4D ਹੋਏਗਾ ਅਤੇ ਇਹ ਇੱਕ ਅੰਕ ਗਣਿਤਕ ਲੜੀ ਹੋਏਗੀ, ਠੀਕ ਹੈ। ਇਹ ਆਪਣੇ ਸਿਲੇਬਸ 'ਚ ਨਹੀਂ ਹੈ। ਅਗਲਾ ਕੁਐਸਚਨ ਸਤ੍ਹਾ ਦੇ ਖੇਤਰਫਲ 'ਚੋਂ। ਅਗਲਾ ਦੇਖੋ ਬੇਟਾ, ਇਹ ਆਪਣੇ ਸਿਲੇਬਸ ਦੇ ਵਿੱਚੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ। ਪਹਿਲਾ, 2 ਅਪਰਮੇय ਸੰਖਿਆਵਾਂ ਦਾ ਜੋੜ ਹਮੇਸ਼ਾ ਇੱਕ ਪ੍ਰਮੇय ਸੰਖਿਆ ਹੁੰਦੀ ਹੈ। ਇਹ ਸਟੇਟਮੈਂਟ ਗਲਤ ਹੈ। ਅਪਰਮੇय ਦਾ ਜੋੜ ਅਪਰਮੇय ਸੰਖਿਆ ਹੀ ਹੋਏਗੀ। 2 ਅਪਰਮੇय ਸੰਖਿਆਵਾਂ ਦਾ ਗੁਣਨਫਲ ਹਮੇਸ਼ਾ ਇੱਕ ਅਪਰਮੇय ਹੁੰਦੀ ਹੈ। ਇਹ ਵੀ ਗਲਤ ਆ, ਵੀ ਹਮੇਸ਼ਾ ਅਪਰਮੇय ਨਹੀਂ ਹੁੰਦੀ। ਜੇ ਮੈਂ ਤੁਹਾਨੂੰ ਲੈ ਕੇ ਦੇਖ ਲੈਂਦਾ, ਆਪਾਂ ਗੁਣਾ ਕਰ ਲੈਂਦੇ ਹਾਂ, ਇਹਨਾਂ ਦੋਹਾਂ ਦੀ ਗੁਣਾ ਕਰ ਲਈਏ, ਜੇ ਇਹ ਤਾਂ ਇਹਨਾਂ ਦੋਹਾਂ ਦੀ ਗੁਣਾ ਕੀ ਆ ਜੂਗੀ ਅਪਰਮੇय। ਪਰ ਜੇ ਆਪਾਂ ਦੋਨੋਂ ਸਿਮੀਲਰ ਲੈ ਲਈਏ, ਵਰਗਮੂਲ 3 ਨੂੰ ਵਰਗਮੂਲ 3 ਨਾਲ ਮਲਟੀਪਲਾਈ ਕੀਤੀ ਹੈ ਤਾਂ 3 ਆ ਜਾਏਗਾ, ਜਿਹੜੀ ਕਿ ਇੱਕ ਪ੍ਰਮੇय ਸੰਖਿਆ ਹਮੇਸ਼ਾ ਅਪਰਮੇय ਨਹੀਂ ਹੋਊਗੀ। ਤਾਂ ਇਹ ਸਟੇਟਮੈਂਟ ਦੂਸਰੀ ਹੈ ਵੀ ਉਹ ਵੀ ਗਲਤ ਹੈ। ਤੀਸਰੀ, ਹਰੇਕ ਵਾਸਤਵਿਕ ਸੰਖਿਆ ਇੱਕ ਪ੍ਰਮੇय ਸੰਖਿਆ ਹੁੰਦੀ ਹੈ। ਹਮੇਸ਼ਾ ਕਹਿੰਦੇ ਵਾਸਤਵਿਕ ਸੰਖਿਆ ਜਿਹੜੀ ਪ੍ਰਮੇय ਹੁੰਦੀ ਹੈ, ਤਾਂ ਜਿਹੜੀ ਵਾਸਤਵਿਕ ਸੰਖਿਆ ਉਹ ਪ੍ਰਮੇय ਵੀ ਹੋ ਸਕਦੀ ਹੈ, ਅਪਰਮੇय ਵੀ ਹੋ ਸਕਦੀ ਹੈ। ਇਹ ਸਟੇਟਮੈਂਟ ਵੀ ਗਲਤ ਹੈ। ਲਾਸਟ ਦੇਖੋ, ਇਹ ਆਪਣੀ ਸਹੀ ਹੈ। ਹਰੇਕ ਵਾਸਤਵਿਕ ਸੰਖਿਆ ਜਾਂ ਤਾਂ ਪ੍ਰਮੇय ਹੋਏਗੀ ਜਾਂ ਅਪਰਮੇय ਹੋਏਗੀ। ਤਾਂ ਲਾਸਟਲਾ ਜਿਹੜਾ ਕਥਨ ਹੈ ਇਹ ਸਹੀ ਹੈ। ਨੈਕਸਟ, ਜੇਕਰ A ਬਰਾਬਰ 2 ਦੀ ਘਾਤ 3 A ਬਰਾਬਰ 2 ਦੀ ਘਾਤ 3 ਗੁਣਾ 3, B ਬਰਾਬਰ 2 ਗੁਣਾ 3 ਗੁਣਾ 5, C ਬਰਾਬਰ 3 ਦੀ N ਗੁਣਾ 5 ਹੋਵੇ, ਅਤੇ ਜੇ ਸਾਨੂੰ ਲਸਾ ਵਾਵਾ ਯਾਨੀ ਕਿ ਐਲਸੀਐਮ ABC ਦਾ 2 ਦੀ 3 3 ਦੀ 2 ਗੁਣਾ 5 ਦਿੱਤਾ ਹੈ, ਤਾਂ N ਕੀ ਹੈ। ਦੇਖੋ ਬੇਟਾ, ਜਿਹੜਾ ਐਲਸੀਐਮ ਹੁੰਦਾ ਹੈ ਉਹਦੇ ਵਿੱਚ ਅਸੀਂ ਵੱਡੇ ਤੋਂ ਵੱਡਾ ਜਿਹੜਾ ਫੈਕਟਰ ਆ ਉਹ ਲੈਂਦੇ ਹਾਂ, ਵੱਡੇ ਤੋਂ ਵੱਡੇ ਜਿਹੜੇ ਗੁਣਨਖੰਡ ਹੁੰਦੇ ਨੇ ਉਹ ਲੈਂਦੇ ਹਾਂ। ਦੇਖੋ 2 ਦੇ ਕੇਸ ਦੇ ਵਿੱਚ ਇਹਨਾਂ ਦੋਹਾਂ 'ਚ ਦੇਖੋ ਜਿਹੜੇ ਆਪਾਂ ਨੂੰ ਦਿੱਤੇ ਹੋਏ ਆ ਤਿੰਨੇ, ਠੀਕ ਹੈ, ਜਿਹੜੇ ਆਪਾਂ ਨੂੰ ਤਿੰਨੇ ਦੇ ਰੱਖਿਆ ਇਹਨਾਂ 'ਚ ਦੇਖੋ ਤੁਸੀਂ, ਆਹ A ਦੇ ਰੱਖਿਆ, ਆਹ B ਅਤੇ C, ਇਹਨਾਂ ਦੇ ਵਿੱਚੋਂ ਦੇਖੋ ਹੁਣ 2 ਦੀ ਵੱਡੀ ਤੋਂ ਵੱਡੀ ਘਾਤ ਇਹਨਾਂ ਦੇ ਵਿੱਚ ਕਿੰਨੀ ਹੈ, ਵੀ 2 ਦੀ ਘਾਤ 3 ਹੈ। ਤਾਂ ਅਸੀਂ ਐਲਸੀਐਮ ਦੇ ਵਿੱਚ 2 ਦੀ ਘਾਤ 3 ਲਈ। 3 ਦੀ 5 ਦੀ ਵੱਡੀ ਤੋਂ ਵੱਡੀ ਘਾਤ ਕੀ ਹੈ, ਵੀ 5 ਹੀ ਆ, ਕਿਉਂਕਿ ਇੱਕ ਵਾਰੀ 5 ਆਇਆ, ਇੱਥੇ ਵੀ ਇੱਕ ਵਾਰੀ 5 ਆਇਆ, ਇੱਥੇ ਵੀ, ਇਹਦੇ ਵਿੱਚ ਆਇਆ ਹੀ ਨਹੀਂ ਪਹਿਲੇ ਦੇ ਵਿੱਚ, ਠੀਕ ਹੈ। ਇਸ ਕਰਕੇ ਵੱਡੀ ਤੋਂ ਵੱਡੀ ਘਾਤ ਇਹਦੀ 5 ਲਈ। ਹੁਣ ਜਿਹੜੇ ਕੇਸ ਦੇ ਵਿੱਚ ਅਸੀਂ N ਪਤਾ ਕਰਨੀ ਹੈ, ਉਹਦੀ ਆਪਾਂ ਵੱਡੀ ਤੋਂ ਵੱਡੀ ਘਾਤ ਲੈਣੀ ਆ। ਹੁਣ ਪਹਿਲੇ ਕੇਸ ਦੇ ਵਿੱਚ 3 ਦੀ ਘਾਤ 1 ਹੈ, ਦੂਸਰੇ ਦੇ ਵਿੱਚ 3 ਦੀ ਘਾਤ 1 ਹੈ। C ਦੇ ਵਿੱਚ ਆਪਾਂ ਦੱਸਣੀ ਆ ਵੀ ਕਿੰਨੀ ਹੋਊਗੀ, ਹੈ ਨਾ। ਹੁਣ ਵੱਡੀ ਤੋਂ ਵੱਡੀ ਘਾਤ ਆ ਜਿਹੜੀ ਐਲਸੀਐਮ ਦੇ ਵਿੱਚ ਕਿੰਨੀ ਦਿੱਤੀ ਹੋਈ ਹੈ, ਇੱਥੇ ਇਹਨਾਂ ਨੇ 2, ਠੀਕ ਹੈ। ਇੱਥੇ ਕਿੰਨੀ ਦਿੱਤੀ ਹੈ N। ਤਾਂ ਜੇ ਅਸੀਂ 3 ਦੀ ਘਾਤ 2 ਨੂੰ ਬਾਹਰ ਕੱਢਣਾ ਹੈ ਤਾਂ 3 ਦੀ ਘਾਤ 2 ਸਾਡੀ A ਦੇ ਫੈਕਟਰਾਂ ਦੇ ਵਿੱਚ ਜਾਂ B ਜਾਂ C ਦੇ ਫੈਕਟਰਾਂ ਦੇ ਵਿੱਚ ਹੋਣੀ ਚਾਹੀਦੀ ਹੈ। ਨਾ ਤਾਂ ਇਹ 3 ਦੀ ਘਾਤ 2 A ਦੇ ਵਿੱਚ ਆ, ਨਾ B ਦੇ ਵਿੱਚ ਆ, ਤਾਂ C ਦੇ ਵਿੱਚ ਪੱਕਾ ਹੋਏਗੀ। ਮਤਲਬ C ਦੇ ਵਿੱਚ ਜਿਹੜਾ ਇਹ ਦਿੱਤਾ ਹੋਇਆ ਇਹ 3 ਦੀ ਘਾਤ 2 ਗੁਣਾ 5 ਦਿੱਤਾ ਹੈ, ਜਿਹੜਾ N ਹੈ ਸਾਡੇ ਕੋਲ ਉਹ ਕਿੰਨਾ ਮਤਲਬ 2 ਹੈ। ਜਦੋਂ ਅਸੀਂ ਐਲਸੀਐਮ ਦੇਖਣਾ, ਅਸੀਂ ਵੱਡੀ ਤੋਂ ਵੱਡੀ ਘਾਤ ਦੇਖਣੀ ਹੈ। ਦੇਖੋ ਇੱਥੇ N ਹੈ, ਇਹਦੇ ਵਿੱਚ ਇੱਕ ਘਾਤ ਆ 3 ਦੀ, ਇੱਥੇ ਵੀ 1 ਹੈ, ਫਿਰ ਇੱਥੇ ਪੱਕਾ 2 ਹੋਏਗੀ ਕਿਉਂਕਿ ਐਲਸੀਐਮ ਦੇ ਵਿੱਚ ਅਸੀਂ 2 ਆ ਜਿਹੜੀ ਉਹ ਬਾਹਰ ਕੱਢੀ ਹੋਈ ਆ, ਬਾਹਰ ਲਈ ਹੋਈ ਆ ਮਤਲਬ। ਇਸ ਕਰਕੇ ਜਿਹੜਾ N ਹੈ ਉਹ ਸਾਡਾ ਕਿੰਨਾ ਹੋਊਗਾ 2 ਹੋਊਗਾ, ਠੀਕ। ਮੋਸਟ ਇੰਪੋਰਟੈਂਟ ਅਗਲਾ ਕੁਐਸਚਨ, ਸਿਫਰ ਬਹੁਪਦ ਦੀ ਘਾਤ ਕਿੰਨੀ ਹੁੰਦੀ ਹੈ। ਸਿਫਰ ਬਹੁਪਦ ਦੀ ਘਾਤ ਆ ਜਿਹੜੀ ਉਹ ਪਰਿਭਾਸ਼ਿਤ ਨਹੀਂ ਹੁੰਦੀ, ਨਾਟ ਡਿਫਾਈਨਡ, ਕਿਉਂਕਿ ਜੇ ਅਸੀਂ ਸਿਫਰ ਬਹੁਪਦ ਨੂੰ, ਸਿਫਰ ਬਹੁਪਦ ਇਹ ਹੈ ਜਿਹੜਾ ਮੈਂ ਲਿਖਿਆ 0, ਠੀਕ ਹੈ। ਇਹਨੂੰ ਅਸੀਂ 0x ਦੀ 2 ਵੀ ਲਿਖ ਸਕਦੇ ਹਾਂ, 0x ਦੀ 3 ਵੀ ਲਿਖ ਸਕਦੇ ਹਾਂ, 0x ਦੀ 4 ਵੀ ਲਿਖ ਸਕਦੇ ਹਾਂ, ਕਿਉਂਕਿ ਸਾਰਿਆਂ ਨੂੰ ਜਦੋਂ ਅਸੀਂ ਹੱਲ ਕਰਾਂਗੇ 0 ਨਾਲ ਗੁਣਾ ਕਰਾਂਗੇ ਤਾਂ 0 ਹੀ ਆਉਣਾ ਨਾ। ਤਾਂ ਇੱਥੇ ਤਾਂ ਘਾਤ 2 ਹੋ ਗਈ, ਇੱਥੇ 3 ਹੋ ਗਈ, ਇੱਥੇ 4 ਹੋ ਗਈ, ਜਿੰਨਾ ਮਰਜ਼ੀ ਲੈ ਲਓ ਉਸ ਹਿਸਾਬ ਨਾਲ ਘਾਤ ਬਦਲ ਰਹੀ ਹੈ। ਇਸ ਕਰਕੇ ਜਿਹੜਾ ਸਿਫਰ ਬਹੁਪਦ ਹੈ, 0 ਬਹੁਪਦ ਹੈ, ਇਸ ਦੀ ਘਾਤ ਨਾਟ ਡਿਫਾਈਨਡ ਹੈ, ਪਰਿਭਾਸ਼ਿਤ ਨਹੀਂ। ਕਈ ਵਾਰੀ ਤੁਹਾਨੂੰ ਪੁੱਛ ਲੈਂਦਾ ਵੀ ਅਚਲ ਬਹੁਪਦ ਦੀ ਘਾਤ ਕਿੰਨੀ ਹੁੰਦੀ ਹੈ, ਕੌਂਸਟੈਂਟ ਪੋਲੀਨੋਮੀਅਲ, ਠੀਕ ਹੈ। ਅਚਲ ਬਹੁਪਦ ਮਤਲਬ ਜਿਹੜਾ ਕੌਂਸਟੈਂਟ, ਜਿਵੇਂ ਇਹ ਹੈ, ਤਾਂ ਇਸ ਕੇਸ ਦੇ ਵਿੱਚ ਇਹਦੀ ਘਾਤ ਤੁਸੀਂ ਲਿਖੋਗੇ 0, ਕਿਉਂਕਿ ਅਸੀਂ ਇਹਨੂੰ x ਦੀ 0 ਨਾਲ ਮਲਟੀਪਲਾਈ ਕਰ ਸਕਦੇ ਹਾਂ। x ਦੀ 0 ਦਾ ਮਤਲਬ ਕੀ ਹੈ ਬੇਟਾ 1। ਅਸੀਂ 8ਵੀਂ 'ਚ ਪੜ੍ਹਦੇ ਹਾਂ ਵੀ ਕਿਸੇ ਵੀ ਅੰਕ ਦੀ ਜੇ ਘਾਤ 0 ਹੋਵੇ ਉਹਦਾ ਮਤਲਬ ਕੀ ਹੁੰਦਾ 1 ਹੁੰਦਾ।
ਤਾਂ ਇਸ ਕਰਕੇ ਇਹ ਬਹੁਪਦ ਹੈ, ਅਚਲ ਬਹੁਪਦ, ਠੀਕ ਹੈ। ਕੌਂਸਟੈਂਟ ਆ 2, ਅਚਲ ਬੋਲਦੇ ਇਹਨੂੰ ਅਸੀਂ 2 ਨੂੰ। ਤਾਂ ਇਹਦੇ ਵਿੱਚ ਇਸ ਬਹੁਪਦ ਦੀ ਘਾਤ ਕਿੰਨੀ ਹੈ? 0 ਹੈ। ਪਰ ਸਿਫਰ ਬਹੁਪਦ ਦੀ ਘਾਤ ਪਰਿਭਾਸ਼ਿਤ ਨਹੀਂ। ਨੈਕਸਟ ਵੀ 6x ਦੀ 2 -3 ਮਾਈਨਸ ਦਾ 6x ਦੀਆਂ ਸਿਫਰਾਂ ਦੀ ਗਿਣਤੀ ਕਿੰਨੀ ਹੋਏਗੀ? ਦੇਖੋ ਬੇਟਾ 2 ਘਾਤੀ ਬਹੁਪਦ ਹੈ ਤਾਂ ਇਸ ਦੇ ਸਿਫਰਾਂ ਦੀ ਗਿਣਤੀ ਵੀ ਕਿੰਨੀ ਹੋਏਗੀ? ਫਿਰ 2 ਹੋਏਗੀ, ਠੀਕ ਹੈ। ਇਹਦੇ ਸਿਫਰਾਂ ਦੀ ਗਿਣਤੀ ਵੀ ਕਿੰਨੀ ਹੋਣੀ ਹੈ? 2, ਠੀਕ ਹੈ ਨਾ। ਦੋ ਚਲਾਂ ਵਾਲੀ ਇੱਕ ਰੇਖੀ ਸਮੀਕਰਨ ਦੇ ਕਿੰਨੇ ਹੱਲ ਹੋ ਸਕਦੇ ਨੇ? ਕੋਈ ਵੀ ਸਮੀਕਰਨ ਅਸੀਂ ਲੈ ਲਈ, ਮੰਨ ਲਓ ਇਹ ਲੈ ਲਈ ਦੋ ਚਲਾਂ ਵਾਲੀ ਸਮੀਕਰਨ, ਠੀਕ ਹੈ। ਤਾਂ ਅਸੀਂ ਇੱਥੋਂ ਦੇਖੋ ਵੀ ਕਹਿੰਦੇ ਦੋ ਚਲਾਂ ਵਾਲੀ ਇੱਕ ਰੇਖੀ ਸਮੀਕਰਨ ਦੇ ਕਿੰਨੇ ਹੱਲ ਹੋ ਸਕਦੇ ਨੇ। ਹੁਣ ਜੇ ਅਸੀਂ ਇੱਥੋਂ x ਕੱਢੀਏ ਤਾਂ ਉਹ 3 + y ਬਣ ਜੂਗਾ ਨਾ, ਸੌਰੀ 3 - y ਬਣ ਜੂਗਾ। 3 ਉੱਧਰ ਜਾ ਕੇ ਪਲੱਸ ਦਾ y ਮਾਈਨਸ ਦੀ ਹੋ ਜੂ। ਤਾਂ ਜਿਵੇਂ ਤੁਸੀਂ y ਦੇ ਮੁੱਲ ਭਰੀ ਜਾਓਗੇ ਇਸ ਦੇ ਵਿੱਚ x ਦੇ ਮੁੱਲ ਆਈ ਜਾਣਗੇ, ਠੀਕ ਹੈ। ਇਸ ਕਰਕੇ ਜਿਹੜੀ ਦੋ ਚਲਾਂ ਵਾਲੀ ਇੱਕ ਰੇਖੀ ਸਮੀਕਰਨ ਹੈ ਉਹਦੇ ਕਿੰਨੇ ਹੱਲ ਹੋਣਗੇ? ਅਨੇਕਾਂ ਹੱਲ ਹੋਣਗੇ। ਇਹਨੂੰ ਫਾਈਨਾਈਟਲੀ ਮੈਨੀ ਸੋਲਿਊਸ਼ਨਸ ਜਾਂ ਅਸੀਂ ਕਹਾਂਗੇ ਉਹਦੇ ਅਨੰਤ ਹੱਲ ਹੋ ਸਕਦੇ ਹਨ, ਠੀਕ ਹੈ ਬੇਟਾ। ਅਗਲਾ ਕੁਐਸਚਨ ਵੀ ਕਾਫੀ ਇੰਪੋਰਟੈਂਟ ਹੈ। ਸਮੀਕਰਨਾਂ 6x - 2y + 9 = 0 ਅਤੇ 3x - y + 12 = 0 ਦਾ ਗ੍ਰਾਫ ਕੀ ਹੈ ਵੀ? ਚਲੋ ਅਸੀਂ ਦੇਖਦੇ ਹਾਂ। ਇਹਨੂੰ ਅਸੀਂ ਗ੍ਰਾਫ ਬਣਾ ਕੇ ਵੀ ਕਰ ਸਕਦੇ ਹਾਂ ਇਹਨੂੰ, ਠੀਕ ਹੈ ਬੇਟਾ। ਵੈਸੇ ਗ੍ਰਾਫ ਬਣਾਉਣ ਦੀ ਲੋੜ ਨਹੀਂ, ਆਪਾਂ ਵੈਸੇ ਸਿੱਧਾ ਹੀ ਕਰ ਲੈਂਦੇ ਇਹਨੂੰ। ਇਹ ਦੋਵੇਂ ਰੇਖਾਵਾਂ ਨੇ ਜਿਹੜੀਆਂ ਸੰਪਾਤੀ ਨੇ, ਇੱਥੋਂ ਦੇਖਣ 'ਚ ਹੀ ਪਤਾ ਲੱਗ ਰਹਿੰਦਾ। ਜਿਹੜੀ ਪਹਿਲੀ ਸਮੀਕਰਨ ਉਹ ਆਪਣੇ ਕੋਲ ਦਿੱਤੀਆਂ 6x - 2y, ਸੌਰੀ ਇਹ ਸੰਪਾਤੀ ਨਹੀਂ, ਆਪਾਂ ਦੇਖਦੇ ਹਾਂ ਬੇਟਾ ਇਹਨੂੰ ਹੱਲ ਕਰਕੇ। 6x - 2y + 9 = 0 ਦੇ 3x - y + 12 = 0 ਦੇ, ਠੀਕ ਹੈ। ਅਗਰ ਆਪਾਂ ਇਹਨੂੰ 2 ਨਾਲ ਮਲਟੀਪਲਾਈ ਕਰ ਦਈਏ ਤਾਂ ਇਹਦੇ ਵਿੱਚ ਦੇਖੋ, ਨਹੀਂ ਆਪਾਂ ਰੇਸ਼ੋ ਹੀ ਦੇਖ ਲੈਂਦੇ ਹਾਂ। a1/a2 ਕੱਢ ਲੈਂਦੇ ਹਾਂ, b1/b2 c1/c2। ਉਸ ਹਿਸਾਬ ਨਾਲ ਆਪਾਂ ਦੇਖ ਲਾਂਗੇ ਵੀ ਕਿਹੜੀ ਰੇਖਾਵਾਂ ਆਪਣੇ ਕੋਲ ਬਣਦੀਆਂ। ਤਾਂ 6/3 ਕੱਢਾਂਗੇ ਤਾਂ ਇਹਨਾਂ ਦਾ ਰੇਸ਼ੋ ਆ ਜਿਹੜਾ 2/1 ਆ ਗਿਆ, a1/a2। ਸਿਮਿਲਰਲੀ b1/b2 ਮਤਲਬ ਜਿਹੜਾ y ਨਾਲ ਲੱਗਿਆ ਇਹ a1 ਇਹ a2, ਦੂਸਰੀ ਸਮੀਕਰਨ ਦਾ a2, ਜਿਹੜੀ ਪਹਿਲੀ ਐਵੇਂ y ਨਾਲ b1 ਅਤੇ ਜਿਹੜੇ ਸੈਕਿੰਡ ਸਮੀਕਰਨ ਦੇ ਵਿੱਚ y ਨਾਲ ਉਹ b2 ਅਤੇ ਲਾਸਟ 'ਤੇ c1 c2 ਬਚ ਗਿਆ। ਤਾਂ ਇਸ ਕੇਸ ਦੇ ਵਿੱਚ ਵੀ -2/-1 ਯਾਨੀ ਕਿ 2/1। ਪਹਿਲੇ ਦੋ ਆ ਜਿਹੜੇ ਬਰਾਬਰ ਨੇ, ਠੀਕ ਹੈ। ਤੀਸਰਾ 9/12 c1/c2, 9/12, 30 9 4 12। ਤਾਂ ਪਹਿਲੇ ਦੋ ਬਰਾਬਰ ਮਤਲਬ a1/a2 ਬਰਾਬਰ b1/b2, ਜਿਹੜਾ ਕਿ c1/c2 ਦੇ ਬਰਾਬਰ ਨਹੀਂ। ਜਦੋਂ ਆਹ ਕੰਡੀਸ਼ਨ ਆਪਣੇ ਕੋਲ ਆ ਜਾਂਦੀ ਆ ਤਾਂ ਕਿਹੜੀਆਂ ਰੇਖਾਵਾਂ ਬਣਦੀਆਂ ਨੇ ਬੇਟਾ? ਇਹ ਕਿਹੜੀਆਂ ਰੇਖਾਵਾਂ ਬਣਦੀਆਂ ਨੇ? ਜਦੋਂ a1/a2 ਬਰਾਬਰ b1/b2 ਹੋ ਜਾਂਦਾ, ਉਹ ਲਾਸਟ 'ਤੇ c1/c2 ਦੇ ਬਰਾਬਰ ਨਹੀਂ ਹੁੰਦਾ। ਤਾਂ ਕਿਹੜੀਆਂ ਰੇਖਾਵਾਂ ਬਣਦੀਆਂ ਨੇ? ਇਹ ਸਮਾਂਤਰ। ਕਿਹੜੀਆਂ ਰੇਖਾਵਾਂ ਬਣਦੀਆਂ ਬੇਟਾ? ਇਹ ਸਮਾਂਤਰ ਰੇਖਾਵਾਂ ਬਣਦੀਆਂ। ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ, ਠੀਕ ਹੈ। ਤਾਂ ਤੁਸੀਂ ਕੀ ਕਰਨਾ, ਇਹਦੇ ਵਿੱਚ ਇਹੋ ਜਿਹਾ ਕੁਐਸਚਨ ਤੁਹਾਨੂੰ ਆਉਂਦਾ ਤਾਂ ਤੁਸੀਂ ਇਹ ਅਨੁਪਾਤ ਕੱਢ ਲੈਣੇ ਨੇ। a1/a2 ਕੱਢ ਲਓ, b1/b2 ਕੱਢ ਲਓ, ਠੀਕ ਹੈ। ਫਿਰ c1/c2 ਕੱਢ ਲਓ। ਦੇਖੋ ਵੀ ਜੇ ਪਹਿਲੇ ਦੋ ਬਰਾਬਰ ਤੀਜੇ ਦੇ ਨਹੀਂ ਬਰਾਬਰ ਤਾਂ ਉਹ ਕਿਹੜੀਆਂ ਰੇਖਾਵਾਂ ਬਣਦੀਆਂ ਨੇ? ਸਮਾਂਤਰ, ਠੀਕ ਹੈ। ਜੇ ਸਾਰੇ ਤਿੰਨੋਂ ਹੀ ਬਰਾਬਰ ਆ ਜਾਂਦੇ ਫਿਰ ਇਹ ਕਿਹੜੀਆਂ ਬਣਨੀਆਂ ਸੀ ਬੇਟਾ? ਸੰਪਾਤੀ ਰੇਖਾਵਾਂ ਬਣ ਜਾਣੀਆਂ ਸੀ, ਠੀਕ ਹੈ। ਜੇ ਪਹਿਲੇ ਦੋ ਨਹੀਂ ਬਰਾਬਰ ਤਾਂ ਫਿਰ ਇਹ ਕਾਟਵੀਆਂ ਰੇਖਾਵਾਂ ਬਣ ਜਾਂਦੀਆਂ ਸੀ, ਠੀਕ ਹੈ। ਤਾਂ ਹੁਣ ਇਹ ਪਹਿਲੇ ਦੋ ਬਰਾਬਰ ਨੇ ਅਤੇ ਲਾਸਟ ਵਾਲਾ ਨਹੀਂ ਬਰਾਬਰ, c1/c2 ਇਹਨਾਂ ਦੇ ਨਹੀਂ ਬਰਾਬਰ। ਤਾਂ ਇਸ ਕਰਕੇ ਕਿਹੜੀਆਂ ਰੇਖਾਵਾਂ ਬਣ ਗਈਆਂ ਆਪਣੇ ਕੋਲ? ਰੇਖਾਵਾਂ ਸਮਾਂਤਰ ਹਨ, ਠੀਕ ਹੈ। ਚਲੋ ਲਾਸਟ, ਜੇ ਤਿੰਨ ਬਿੰਦੂ ਸਮਰੇਖੀ ਹੋਣ ਤਾਂ ਇਹਨਾਂ ਬਿੰਦੂਆਂ ਦੁਆਰਾ ਬਣੇ ਤ੍ਰਿਕੋਣ ਦਾ ਖੇਤਰਫਲ ਕਿੰਨਾ ਹੋਏਗਾ? 0 ਵਰਗ ਇਕਾਈਆਂ। ਜੇ ਤਿੰਨੋਂ ਬਿੰਦੂ ਆ ਜਿਹੜੇ ਸਮਰੇਖੀ ਨੇ
ਤਾਂ 1 2 3 ਜਿਵੇਂ ਆਹ ਬਿੰਦੂ ਲੈ ਲਏ, ਸਮਰੇਖੀ ਨੇ ਇੱਕੋ ਲਾਈਨ ਦੇ ਉੱਤੇ ਨੇ, ਇੱਕੋ ਰੇਖਾ 'ਤੇ ਨੇ, ਤਾਂ ਇਹਨਾਂ ਨਾਲ ਕੋਈ ਤ੍ਰਿਭੁਜ ਦੇਖੋ ਤੁਹਾਡੇ ਕੋਲ ਨਹੀਂ ਬਣ ਰਹੀ ਜਿਹੜੀ ਖੇਤਰਫਲ ਨੂੰ ਘੇਰ ਰਹੀ ਹੋਵੇ, ਇਹਦਾ ਖੇਤਰਫਲ ਕਿੰਨਾ ਹੋਏਗਾ? 0 ਹੋਏਗਾ। ਜੇ ਆਪਾਂ ਨੂੰ ਐਂ ਵੀ ਪੁੱਛ ਦੇਣ ਵੀ ਤਿੰਨੋਂ ਬਿੰਦੂ ਸੰਪਾਤੀ ਬਿੰਦੂ ਨੇ, ਇੱਕ ਦੇ ਉੱਪਰ ਬਿੰਦੂ ਦੂਸਰਾ, ਦੂਸਰੇ ਦੇ ਉੱਪਰ ਤੀਸਰਾ, ਤਾਂ ਉਸ ਨਾਲ ਵੀ ਤ੍ਰਿਭੁਜ ਦਾ ਖੇਤਰਫਲ ਕਿੰਨਾ ਹੋਏਗਾ? 0 ਵਰਗ ਇਕਾਈਆਂ। ਜਾਂ ਆਪਾਂ ਨੂੰ ਪੁੱਛ ਸਕਦੇ ਨੇ ਵੀ ਜੇ 3 ਬਿੰਦੂਆਂ ਦੁਆਰਾ ਬਣਾਇਆ ਗਿਆ ਤ੍ਰਿਭੁਜ ਆ, ਉਹਦਾ ਖੇਤਰਫਲ 0 ਹੈ, ਤਾਂ ਬਿੰਦੂ ਕਿਹੜੇ ਹੋਣਗੇ? ਜਾਂ ਤਾਂ ਸੰਪਾਤੀ ਹੋਣਗੇ ਜਾਂ ਸਮਰੇਖੀ ਹੋਣਗੇ। ਠੀਕ ਹੈ। ਨੈਕਸਟ ਹੈ ਆਪਣਾ ਬਿੰਦੂ P ਦੀ ਮੂਲ ਬਿੰਦੂ ਤੋਂ ਦੂਰੀ। ਇਹ ਆਪਾਂ ਫਿਲਹਾਲ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ। ਠੀਕ ਹੈ। ਆਹ ਚੈਪਟਰ ਤੁਸੀਂ 9ਵੀਂ 'ਚ ਵੀ ਕੀਤਾ। ਇੱਕ ਚੱਕਰ ਵਿੱਚ ਬਿੰਦੂ A 'ਤੇ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ? ਬਹੁਤ ਧਿਆਨ ਨਾਲ ਦੇਖਣਾ ਬੇਟਾ। ਕਿਸੇ ਵੀ ਬਿੰਦੂ 'ਤੇ, ਚੱਕਰ ਦੇ ਉੱਪਰ ਕੋਈ ਵੀ ਬਿੰਦੂ ਤੁਹਾਨੂੰ ਦੇ ਦੇਣ, ਚੱਕਰ ਦੇ ਇੱਕ ਬਿੰਦੂ 'ਤੇ ਸਿਰਫ ਇੱਕ ਹੀ ਸਪਰਸ਼ ਰੇਖਾ ਖਿੱਚੀ ਜਾ ਸਕਦੀ ਹੈ। ਠੀਕ ਹੈ। ਚੱਕਰ ਦੇ ਉੱਪਰ ਇੱਕ ਬਿੰਦੂ 'ਤੇ ਸਿਰਫ ਇੱਕ ਹੀ ਸਪਰਸ਼ ਰੇਖਾ ਖਿੱਚੀ ਜਾ ਸਕਦੀ ਹੈ। ਹੁਣ ਇਹਨੂੰ ਉਲਟ ਕਰਕੇ ਕਿਵੇਂ ਪੁੱਛਦੇ ਨੇ, ਆਪਾਂ ਨੂੰ ਕੁਐਸਚਨ ਕਿਵੇਂ ਪੁੱਛ ਲੈਂਦੇ ਨੇ ਵੀ ਚੱਕਰ 'ਤੇ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ? ਤਾਂ ਉਸ ਕੇਸ ਦੇ ਵਿੱਚ ਅਸੀਂ ਕੀ ਆਪਸ਼ਨ ਦੇਣੀ ਆ? ਚੱਕਰ ਦੇ ਉੱਪਰ ਅਨੰਤ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ, ਪਰ ਚੱਕਰ ਦੇ ਉੱਪਰ ਕਿਸੇ ਬਿੰਦੂ 'ਤੇ ਸਿਰਫ ਇੱਕ ਹੀ ਸਪਰਸ਼ ਰੇਖਾ ਖਿੱਚੀ ਜਾ ਸਕਦੀ ਹੈ। ਨੈਕਸਟ ਕੁਐਸਚਨ, ਇੱਕ ਰੇਖਾ ਇੱਕ ਚੱਕਰ ਨੂੰ ਵੱਖ-ਵੱਖ ਬਿੰਦੂਆਂ 'ਤੇ ਕੱਟਦੀ ਆ, ਉਸ ਨੂੰ ਅਸੀਂ ਜਿਹੜੀ ਰੇਖਾ ਬੋਲਦੇ ਹਾਂ? ਛੇਦਕ ਰੇਖਾ ਬੋਲਦੇ ਹਾਂ। ਠੀਕ ਹੈ। ਅੱਜ ਜਿਵੇਂ ਚੱਕਰ ਹੈ, ਇਹ ਰੇਖਾ ਮੈਂ ਬਣਾਤੀ ਜਿਹੜੀ ਇਸ ਨੂੰ ਅਲੱਗ-ਅਲੱਗ ਬਿੰਦੂਆਂ 'ਤੇ ਇੱਥੇ ਕੱਟ ਰਹੀ ਹੈ, ਇੱਕ ਇੱਥੇ ਕੱਟ ਰਹੀ ਹੈ, ਤਾਂ ਇਹ ਰੇਖਾ ਜਿਹੜੀ ਬਣੀ ਹੋਈ ਹੈ ਇਹ ਕਿਹੜੀ ਰੇਖਾ ਹੈ? ਛੇਦਕ ਰੇਖਾ। ਉਹ ਛੇਦ ਕਰਕੇ ਲੰਘ ਗਈ ਚੱਕਰ ਦੇ ਵਿੱਚੋਂ ਦੀ। ਠੀਕ ਹੈ। ਇਹ ਅੱਗੇ ਆਪਣੇ ਸਿਲੇਬਸ ਨਹੀਂ ਹੈ। ਲਾਸਟ ਆਹ ਦੇਖੋ ਬੇਟਾ 20ਵਾਂ ਕੁਐਸਚਨ ਹੈ, ਹੇਠਲਿਆਂ ਵਿੱਚੋਂ ਕਿਹੜੀ ਇੱਕ ਅਪਰਮੇਯ ਸੰਖਿਆ ਹੈ? ਅਪਰਮੇਯ ਸੰਖਿਆ ਉਹ ਹੁੰਦੀ ਹੈ ਜਿਸ ਦਾ ਦਸ਼ਮਲਵ ਪ੍ਰਸਾਰ ਆ ਜਿਹੜਾ ਉਹ ਅਸ਼ਾਂਤ ਵੀ ਹੋਵੇ, ਮਤਲਬ ਕਿਤੇ ਰੁਕੇ ਨਾ, ਅਤੇ ਅਣਆਵਰਤੀ ਹੋਵੇ ਵੀ। ਅਣਆਵਰਤੀ ਮਤਲਬ ਆਵਰਤੀ ਨਹੀਂ ਹੋਣਾ ਚਾਹੀਦਾ, ਮਤਲਬ ਰੈਪੀਟੇਸ਼ਨ ਹੈ ਜਿਹੜੀ ਉਹ ਅੰਕਾਂ ਦੀ ਨਹੀਂ ਹੋਣੀ ਚਾਹੀਦੀ, ਵੀ ਜਿਹੜੇ ਅੰਕ ਆ ਉਹ ਵਾਰ-ਵਾਰ ਨਹੀਂ ਹੋਣੇ ਚਾਹੀਦੇ ਉਹਦੇ ਵਿੱਚ, ਅਤੇ ਇੱਕ ਉਹ ਸ਼ਾਂਤ ਹੋਵੇ। ਹੁਣ ਆਪਾਂ ਦੇਖਦੇ ਹਾਂ ਵੀ ਕਿਹੜੀ ਅਪਰਮੇਯ ਆ। ਤਾਂ ਸ਼ਾਂਤ ਹੈ, ਮਤਲਬ ਆਹ ਆਪਸ਼ਨ ਤਾਂ ਨਹੀਂ ਆ ਸਕਦੀ, ਆਹ ਵੀ ਸ਼ਾਂਤ ਹੈ, ਇਹ ਵੀ ਨਹੀਂ ਆ ਸਕਦੀ। ਰੁਕ ਰਿਹਾ ਨਾ ਬੇਟਾ ਇਹਦੇ ਵਿੱਚ 4 'ਤੇ ਆ ਕੇ ਦਸ਼ਮਲਵ, ਇੱਥੇ ਵੀ ਰੁਕ ਗਿਆ 4 'ਤੇ ਆ ਕੇ। ਆਹ ਦੋਵੇਂ ਜਿਹੜੀਆਂ ਅਸ਼ਾਂਤ ਨੇ। ਠੀਕ ਹੈ। ਦੂਜੀ ਅਤੇ ਚੌਥੀ ਹੁਣ ਆਪਾਂ ਦੇਖਣੇ। ਹੁਣ ਜਿਹੜੀ ਦੂਜੀ ਆਪਸ਼ਨ ਹੈ ਤੁਸੀਂ ਦੇਖੋ ਵੀ ਇਹਦੇ ਵਿੱਚ ਰਿਪੀਟ ਹੋ ਰਹੇ ਨੇ ਅੱਖਰ, ਮਤਲਬ 1 4 1 4 1 4 ਵਾਰ-ਵਾਰ ਆ ਰਿਹਾ, ਤਾਂ ਇਹ ਹੈਗੀ ਇਹਦਾ ਦਸ਼ਮਲਵ ਪ੍ਰਸਾਰ ਹੈ ਅਸ਼ਾਂਤ ਆਵਰਤੀ। ਅਸ਼ਾਂਤ ਤਾਂ ਹੈਗਾ ਪਰ ਆਵਰਤੀ ਹੈ, ਮਤਲਬ ਵਾਰ-ਵਾਰ ਅੱਖਰ ਰਿਪੀਟ ਹੋ ਰਹੇ ਨੇ। ਤਾਂ ਆਪਣੀ ਸਹੀ ਆਪਸ਼ਨ ਕਿਹੜੀ ਆਊਗੀ ਅਪਰਮੇਯ ਸੰਖਿਆ ਲਈ? ਜਿਹੜੀ ਲਾਸਟ ਆਪਸ਼ਨ ਦਿੱਤੀ ਹੈ 1 4 1 1 4 1 1 1 4। ਪਹਿਲਾਂ ਤਾਂ 1 4 1 1 4 1 ਰਿਪੀਟ ਹੋ ਗਿਆ, ਪਰ ਉਦੋਂ ਬਾਅਦ 1 1 4 ਆ ਗਿਆ, ਤਾਂ ਉਹ ਰਿਪੀਟ ਨਹੀਂ ਹੋਇਆ। ਤਾਂ ਉਸ ਕਰਕੇ ਇਸ ਦਾ ਦਸ਼ਮਲਵ ਪ੍ਰਸਾਰ ਹੈ ਜਿਹੜਾ ਅਸ਼ਾਂਤ ਅਣਆਵਰਤੀ ਹੈ। ਤਾਂ ਇਹ ਕਿਹੜੀ ਹੈ ਫਿਰ? ਅਪਰਮੇਯ ਸੰਖਿਆ ਹੈ। ਜਿਹੜੀ ਅਪਰਮੇਯ ਸੰਖਿਆ ਹੁੰਦੀ ਹੈ ਬੇਟਾ ਉਹਦਾ ਦਸ਼ਮਲਵ ਪ੍ਰਸਾਰ ਆ ਜਿਹੜਾ ਉਹ ਅਸ਼ਾਂਤ ਅਣਆਵਰਤੀ ਹੁੰਦਾ ਹੈ। ਠੀਕ ਹੈ। ਜਿਹੜੀ ਪ੍ਰਮੇਯ ਸੰਖਿਆ ਹੁੰਦੀ ਹੈ ਉਹਦਾ ਦਸ਼ਮਲਵ ਪ੍ਰਸਾਰ ਜਾਂ ਤਾਂ ਸ਼ਾਂਤ ਹੁੰਦਾ, ਜਾਂ ਆਪਾਂ ਹੁਣੀ ਜਿਹੜੀ ਦੂਸਰੀ ਐਗਜ਼ਾਮਪਲ ਦੇ ਵਿੱਚ ਲਿਆ ਸੀ, ਜਾਂ ਹੁੰਦਾ ਅਸ਼ਾਂਤ ਆਵਰਤੀ। ਠੀਕ, ਇਹ ਨੋਟ ਕਰ ਲੈਣਾ ਆਪਣੀ ਕਾਪੀ 'ਤੇ। ਹੇਠ ਲਿਖਿਆਂ ਵਿੱਚੋਂ ਕਿਹੜਾ ਵਿਅੰਜਕ ਇੱਕ ਬਹੁਪਦ ਹੈ? ਕਿਹੜਾ ਵਿਅੰਜਕ ਇੱਕ ਬਹੁਪਦ ਹੈ? ਬਹੁਪਦ ਲਈ ਇੱਕੋ ਹੀ ਗੱਲ ਯਾਦ ਰੱਖਣੀ ਹੈ, ਜਿਹੜੀ ਬਹੁਪਦ ਦੀ ਘਾਤ ਹੈ ਉਹ ਹਮੇਸ਼ਾ ਜਾਂ ਤਾਂ 0 ਹੋ ਸਕਦੀ ਹੈ, ਜਿਵੇਂ ਆਪਾਂ ਦੇਖਦੇ ਹਾਂ। ਠੀਕ ਹੈ। ਜਾਂ ਸਿਫਰ ਬਹੁਪਦ ਹੁੰਦਾ ਜਿਹਦੇ ਵਿੱਚ ਘਾਤ ਆ ਜਿਹੜੀ ਪਰਿਭਾਸ਼ਿਤ ਨਹੀਂ ਹੁੰਦੀ, ਪਰ ਬਹੁਪਦ ਦੀ ਜਿਹੜੀ ਘਾਤ ਆ ਕਦੇ ਵੀ ਭਿੰਨ ਦੇ ਵਿੱਚ ਜਾਂ ਨੈਗੇਟਿਵ ਦੇ ਵਿੱਚ ਨਹੀਂ ਹੁੰਦੀ। ਤਾਂ ਇਹਨਾਂ ਦੇ ਵਿੱਚੋਂ ਕਿਹੜਾ ਬਹੁਪਦ ਹੈ? ਪਹਿਲੀ ਆਪਸ਼ਨ ਵਾਲਾ ਹੀ ਬਹੁਪਦ ਹੈ। ਇਹਦੇ ਵਿੱਚ ਵਰਗਮੂਲ 'ਚ ਆ ਗਈ, ਇਹਦੇ ਵਿੱਚ ਵੀ ਵਰਗਮੂਲ 'ਚ, ਇਹਦੇ ਵਿੱਚ ਨੀਚੇ ਆ ਗਈ, ਤਾਂ ਇਹ ਸਾਰੇ ਬਹੁਪਦ ਨਹੀਂ ਹਨ। ਪਹਿਲੀ ਆਪਸ਼ਨ ਆ ਜੂਗੀ। ਇਹ ਕੀ ਹੈ ਵੀ ਇਹਦੇ ਵਿੱਚ ਬਹੁਪਦ ਹੈ। ਠੀਕ ਹੈ। ਬਿੰਦੂ 2 3 ਦੋ ਚਲਾਂ ਵਾਲੀਆਂ ਕਿੰਨੀਆਂ ਸਮੀਕਰਨਾਂ ਦਾ ਹੱਲ ਹੋ ਸਕਦਾ ਹੈ? ਦੇਖੋ ਬੇਟਾ ਬਿੰਦੂ 2 3 ਦੋ ਚਲਾਂ ਵਾਲੀਆਂ ਕਿੰਨੀਆਂ ਸਮੀਕਰਨਾਂ ਦਾ ਹੱਲ ਹੋ ਸਕਦਾ ਹੈ? ਅਨੰਤ। ਕਿਉਂਕਿ ਜਿੰਨਾ ਵੀ ਸਮੀਕਰਨਾਂ ਦਾ ਹੱਲ ਆਪਾਂ ਦੇਖਾਂਗੇ, ਜੋ ਸੰਪਾਤੀ ਰੇਖਾਵਾਂ ਹੋਣਗੀਆਂ ਉਸ ਦਾ ਤਾਂ ਹੱਲ ਹੋਏਗਾ ਹੀ। ਕਾਟਵੀਂ ਰੇਖਾ ਹੋ ਸਕਦੀ ਹੈ ਜਿਹੜੀ ਬਿੰਦੂ 2 3 'ਤੇ ਕੱਟ ਰਹੀ ਹੈ। ਠੀਕ ਹੈ। ਕਾਟਵੀਆਂ ਰੇਖਾਵਾਂ ਹੋ ਸਕਦੀਆਂ ਜਿਨ੍ਹਾਂ ਦਾ ਮਤਲਬ ਇੱਕ ਤੋਂ ਜ਼ਿਆਦਾ ਹੱਲ ਹੋ ਸਕਦੇ ਨੇ, 2 3 ਹੱਲ ਹੋ ਸਕਦਾ ਉਹਦਾ ਲਈ, ਜਾਂ ਸੰਪਾਤੀ ਰੇਖਾਵਾਂ ਤਾਂ ਹੋਣਗੀਆਂ ਜਿਹੜੀਆਂ ਇੱਕ ਦੂਜੇ ਦੇ ਉੱਪਰ ਹੋਣਗੀਆਂ ਉਹਨਾਂ ਦਾ ਤਾਂ ਹੱਲ ਹੋਏਗਾ ਇਹ। ਤਾਂ ਇਸ ਕੇਸ ਦੇ ਵਿੱਚ ਜਿਹੜਾ ਬਿੰਦੂ 2 3 ਹੈ ਉਹ ਦੋ ਚਲਾਂ ਵਾਲੀਆਂ ਅਨੰਤ ਸਮੀਕਰਨਾਂ ਦਾ ਹੱਲ ਹੋ ਸਕਦਾ ਹੈ। ਨੈਕਸਟ, ਤ੍ਰਿਭੁਜ ABC ਸਰਵੰਗ ਸਮ ਤ੍ਰਿਭੁਜ PQR ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ?
देखो बेटा त्रिभुज ए बी सी, जिथे मैं ए बी सी लिखूँ उत्थे मैं इहदे थल्ले लिखूँगा पी क्यू आर, मतलब ए पी, ए दा पी नाल रिलेशन, बी दा क्यू नाल ते सी दा आर नाल, ਜਾਂ ਆਪਾਂ ਇਹਨਾਂ ਨੂੰ ਕੌਂਗਰੂਐਂਟ ਬੋਲਦੇ ਹਾਂ ਇਕੱਲੇ ਇਕੱਲੇ ਪੁਆਇੰਟ ਨੂੰ। ਤਾਂ ਦੇਖੋ ਬੀ ਸੀ ਬਰਾਬਰ ਪੀ ਕਿਊ, ਬੀ ਸੀ ਬਰਾਬਰ ਆ ਕਿਹਦੇ ਹੋਣਾ ਚਾਹੀਦਾ, ਕਿਊ ਆਰ ਦੇ। ਤਾਂ ਇਹ ਸਟੇਟਮੈਂਟ ਗਲਤ ਹੈ, ਪਿਛਲੇ ਦੋ ਉੱਧਰੋਂ ਵੀ ਪਿਛਲੇ ਦੋ। ਏ ਸੀ ਬਰਾਬਰ ਪੀ ਆਰ, ਪਹਿਲਾ ਅਤੇ ਤੀਜਾ ਏ ਸੀ ਬਰਾਬਰ ਪੀ ਆਰ, ਤਾਂ ਸਟੇਟਮੈਂਟ ਸਹੀ ਹੈ। ਇਹਨਾਂ ਵਿੱਚ ਆਪਾਂ ਦੱਸਣਾ ਵੀ ਕਿਹੜੀ ਸਹੀ ਨਹੀਂ ਹੈ, ਠੀਕ ਹੈ। ਆ ਦੂਸਰੀ ਵੀ ਸਹੀ ਹੈ, बी सी बराबर क्यू आर, पिछले दो आ भी सही है। ए बी बराबर पी क्यू, पहले दो इधरों भी पहले दो, तो ये सही है। मतलब किहड़ी सही नहीं है ये आप दसनी है, ये किहड़ी है भी बी सी बराबर पी क्यू ये सही नहीं है, ठीक है। उस तो बाद आ अपना सिलेबस दे विच है, किहड़ियां चौथाइयां विच भुज हमेशा धनात्मक हुंदा है। देखो भी किहड़ियां चौथाइयां विच भुज है जिहड़ा हमेशा धनात्मक हुंदा है, मतलब एक्स वाला पॉइंट आ जिहड़ा किहड़ी चौथाई दे विच धनात्मक हुंदा। ये पहली चौथाई है, ये दूजी, ये तीजी, ये चौथी है। आपां 9वीं च कीता सी बेटा। तो तुसीं देखो भी किहड़ी चौथाई दे विच जिहड़ा भुज है वो धनात्मक, एक्स वाला बिंदु धनात्मक है। एक तो ये पहली चौथाई दे विच धनात्मक है, ठीक है। एक होर किहड़ी चौथाई च धनात्मक है भी, दूजी दे विच धनात्मक है। हाँ दूजी दे विच भी जदों असीं एक्स वाला बिंदु लवांगे तो ये धनात्मक बनू। देखो एक्स वाला बिंदु इधर आऊगा ना दूसरी चौथाई दे विच, तो दूसरी चौथाई दे विच धनात्मक नहीं है, वाई धनात्मक आऊगी दूसरी दे विच। तीसरी विच भी धनात्मक नहीं है क्योंकि इधरला पासा ही लिया जाऊ। चौथी विच धनात्मक है, ठीक है। आ रेखा किहदे विच आउंदी है, पहली ते चौथी विच, पहली ते चौथी विच आ जिहड़ा भुज धनात्मक है। दूजी ते तीजी विच कौन धनात्मक है भी, वाई किन्ना च धनात्मक होगी वो आप उस हिसाब नाल वाई वाला देख लांगे। फिलहाल एक्स है जिहड़ी वो किन्ना दे विच धनात्मक है, भुज पहली ते चौथी चौथाई विच धनात्मक है, ठीक है। थर्ड ऑप्शन सही बन जूगी। जेकर 14 संख्यावां दा मध्यमान 38 है, बाद विच ये पता लगाया गया कि 56 नूं 49 के रूप में गलत पढ़िया गया सी, तो दित्तियां गईयां संख्यावां दा सही मध्यमान पता करो। पहला आप अंकड़ियां दा जोड़ कढ लांगे, आप क्वेश्चन पहला भी कर चुके जिहड़े आप पार्ट बनाए सी। जे असीं अंकड़ियां दा जोड़ सही कढ लांगे उहदे विच फिर असीं अंकड़ियां दे जोड़ नूं बदल दांगे, क्योंकि इत्थे जिहड़ा 56 है उन्होंने की पढ़ लिया गया 49, ठीक है। तो असीं 49 नूं घटा दांगे, 56 नूं जोड़ दांगे, कुल जोड़ कढ के। जोड़ किवें निकलूगा भी, मध्यमान नाल संख्यावां दी गिणती है जिहड़ी असीं गुणा कर दांगे, ठीक है। तो कर दो गुणा, 14 8 112 हो जाणगे, ठीक है। 11 साडे कोले हासिल, 14 3 42, 42 दे विच 11 असीं जोड़ने आ तो किन्ना बन जू ये बेटा 532 बन जू जोड़। हुण जिहड़ा सही जोड़ इहदा बनना चाहिदा सी वो की बनना चाहिदा सी भी 49 की थां ते की जोड़ना चाहिदा सी 56, मतलब किन्ने वध जोड़ने चाहिए सी, जिहड़े घट जोड़े ने 532 दे विच किन्ने जोड़ने चाहिए, 49 सी जोड़िया होया, जोड़ना 56 सी, तो 9 ते 7 16 होंदे, मतलब 7 होर जोड़ने चाहिए सी, मतलब किन्ना होना चाहिए सही जोड़ इहदा 539। हुण मध्यमान आपां नूं पता है भी अंकड़ियां दा जोड़ बटा अंकड़ियां दी गिणती हुंदी है, ठीक है। तो 539 नूं असीं किन्ना भाग कर दांगे, किन्नियां संख्यावां ने 14, ठीक है। तो मध्यमान साडा आ जाएगा 539 नूं असीं किन्ना भाग कर दांगे, ये होगा ना मध्यमान 539 बटा 14, तो 14 नाल भाग कर दांगे। देखो भी किन्ने ते जाऊ, 14 3 14 चौका 56, 34 42, किन्ना आ गया 12, 119 आ गया भी। तुसीं देखो किन्ने ते जाऊगा, 14 8 112, 7 बच जूगा, दशमलव लग जू उधर, 14 5 70, तो 70 आ जूगा, कट्टिया जाऊ, मतलब किन्ना आ जू साडा मध्यमान 38.5 आ जूगा। पहला 38 सी, हुण किन्ना आ जू 38.5, ठीक है। पहला इत्थों असीं टोटल जोड़ कढ लांगे, किन्ना संख्यावां दा जोड़, फिर तुसीं की करना है टोटल। देखो इन्होंने 49 लिखना सी, लिखना 56 सी, लिखता 49, मतलब किन्ने घट लिखते, फिर 7 घट लिखते तो 7 असीं विच जोड़ दांगे, ठीक है। टोटल जोड़ साडा 539 बन जू, 14 नाल भाग कर दांगे, किन्ना बन जू मध्यमान 38.5। अंग्रेजी वर्णमाला विच अचानक एक अखर चुने जाण ते इस दी सवार होण दी की संभावना है। हुण अंग्रेजी वर्णमाला दे विच किन्ने अखर हुंदे आ बेटा, किन्ने हुंदे ने टोटल अखर 26,
ठीक है। ਸਵਾਰ ਕਿੰਨੇ ਹੁੰਦੇ ਨੇ ਇੰਗਲਿਸ਼ ਅਲਫਾਬੈਟ ਦੇ ਵਿੱਚ? 5 ਹੁੰਦੇ ਨੇ, ਹੈ ਨਾ। ਕਿਹੜੇ ਕਿਹੜੇ? A E I O U, ਇਹ ਹੁੰਦੇ ਨੇ ਨਾ 5, ਤਾਂ 5 ਹੁੰਦੇ ਨੇ। ਸੰਭਾਵਨਾ ਕਿੰਨੀ ਹੋ ਜੂਗੀ? 5/26 ਹੋ ਜੂ। ਜੇ ਕੌਨਸੋਨੈਂਟ ਪੁੱਛ ਲੈਣ ਫਿਰ ਆਪਣੀ ਕੀ ਸੰਭਾਵਨਾ ਕਿੰਨੀ ਹੋ ਜੂਗੀ ਵੀ? 5 ਕੱਢ ਦਾਂਗੇ ਤਾਂ 21/26 ਹੋ ਜੂਗੀ, ਠੀਕ ਹੈ। ਤਾਂ ਇਸ ਕੇਸ ਦੇ ਵਿੱਚ ਸਵਾਰ ਹੋਣ ਦੀ ਸੰਭਾਵਨਾ ਕਿੰਨੀ ਹੋਊਗੀ? 5/26। ਬਾਕੀ ਆਪਣੇ ਕੋਲ ਹੈ ਇੱਕ ਲਾਸਟ ਅਗਲਾ ਸੰਭਾਵਨਾ ਦੇ ਵਿੱਚੋਂ ਦਿੱਤੇ ਗਏ ਅੰਕੜਿਆਂ ਵਿੱਚੋਂ ਜੇ ਅਸੀਂ ਅਧਿਕਤਮ ਅਤੇ ਨਿਊਨਤਮ ਪ੍ਰੀਖਣਾਂ ਨੂੰ ਛੱਡ ਦਈਏ ਤਾਂ ਕਿਸ ਦਾ ਮੁੱਲ ਨਹੀਂ ਬਦਲੇਗਾ? ਕਿਸ ਦਾ ਮੁੱਲ ਨਹੀਂ ਬਦਲੇਗਾ ਬੇਟਾ? ਮੋਸਟ ਇੰਪੋਰਟੈਂਟ, ਬਹੁਤ ਸੌਖਾ ਹੈ, ਮੱਧਕਾ। ਕਿਉਂਕਿ ਅਸੀਂ ਮੱਧਕਾ ਜਿਹੜੀ ਹਮੇਸ਼ਾ ਵਾਧੇ ਕ੍ਰਮ ਦੇ ਵਿੱਚ ਲਗਾ ਕੇ ਹੀ ਮਤਲਬ ਕੱਢਦੇ ਹਾਂ, ਠੀਕ ਹੈ। ਜਿਵੇਂ ਆਪਾਂ ਤੁਹਾਨੂੰ ਇੱਥੇ ਕਰਕੇ ਦਿਖਾ ਦਿੰਦਾ ਮੈਂ, ਜਿਵੇਂ ਇਹ ਆਪਣੇ ਕੋਲ ਅੰਕੜੇ ਆ ਵਾਧੇ ਕ੍ਰਮ 'ਚ ਲਗਾਏ ਆ, ਇਹਨਾਂ ਦੇ ਵਿੱਚੋਂ ਅਸੀਂ ਐਕਸਟ੍ਰੀਮ ਵਾਲੀਆਂ ਜਿਹੜੀਆਂ ਪੋਜੀਸ਼ਨਸ ਨੇ ਉਹ ਛੱਡ ਦਾਂਗੇ। ਹੁਣ ਤੁਸੀਂ ਇੱਥੇ ਦੇਖੋ ਪਹਿਲਾਂ ਤਾਂ ਮੱਧਕਾ ਕਿਹੜੀ ਹੈ ਵੀ? ਛੇ ਆਪਣੇ ਕੋਲ ਰਹਿ ਗਿਆ, ਤਾਂ ਕਰਕੇ ਸਹੀ ਨਹੀਂ ਆ ਰਿਹਾ ਸੀ ਇਹ। ਦੇਖੋ 6 ਨਹੀਂ ਲਿਖਿਆ ਸੀ ਬੇਟਾ ਆਪਾਂ, 6 7 8 ਅਤੇ 9। ਹੁਣ ਦੇਖੋ ਇਸ ਕੇਸ ਦੇ ਵਿੱਚ ਮੱਧਕਾ ਦੇਖੀਏ ਆਪਾਂ, 4 ਇੱਧਰ ਛੱਡ ਤੇ 4 ਇੱਧਰ, ਤਾਂ ਮੱਧਕਾ ਸਾਡੇ ਕੋਲ ਕੀ ਆ ਗਈ? 5। ਮੱਧਕਾ ਆਪਾਂ ਕਿਵੇਂ ਕੱਢਦੇ ਹਾਂ? ਪਹਿਲਾਂ ਇਹਨੂੰ ਵਾਧੇ ਕ੍ਰਮ 'ਚ ਲਗਾ ਲਓ ਜਾਂ ਘੱਟਦੇ 'ਚ ਲਗਾ ਲਓ, ਜਿਹੜਾ ਵਿਚਕਾਰ ਆ ਉਹ ਕੀ ਹੈ? ਮੱਧਕਾ ਬਣ ਜਾਂਦੀ ਹੈ, ਠੀਕ ਹੈ। ਹੁਣ ਅਸੀਂ ਜਿਹੜੇ ਐਕਸਟ੍ਰੀਮ ਪੋਜੀਸ਼ਨ ਵਾਲੇ ਨੇ, ਜਿਹੜੇ ਐਂਡ ਵਾਲੇ ਨੇ, ਅੰਤ ਵਾਲੇ, ਇਹਨਾਂ ਨੂੰ ਛੱਡ ਦਈਏ ਜੇ, ਫਿਰ ਵੀ ਸਾਡੇ ਕੋਲ ਮੱਧਕਾ ਕਿੰਨੀ ਹੋਣੀ ਹੈ? 3 ਇੱਧਰ ਛੱਡ ਕੇ 3 ਇੱਧਰ ਛੱਡ ਕੇ ਕੀ ਹੋਣੀ ਹੈ? 5 ਹੀ ਹੋਣੀ ਹੈ। ਤਾਂ ਮੱਧਕਾ ਦਾ ਮੁੱਲ ਆ ਜਿਹੜਾ ਉਹ ਨਹੀਂ ਬਦਲੇਗਾ, ਠੀਕ ਹੈ। 31ਵਾਂ ਕੁਐਸਚਨ ਹੈ, ਜੇਕਰ ਸਮੀਕਰਨ KX ਦੀ 3 + 2X + 3K ਦੀਆਂ ਮੁੱਲਾਂ ਦਾ ਜੋੜ ਉਸ ਦੇ ਗੁਣਨਫਲ ਦੇ ਬਰਾਬਰ ਹੈ ਤਾਂ K ਦਾ ਮੁੱਲ ਹੈ। ਹਾਂਜੀ ਬੇਟਾ, ਇਹ ਥੋੜ੍ਹਾ ਜਿਹਾ ਬੇਟਾ ਇਹਦੇ ਵਿੱਚ ਰਕਮ 'ਚ ਗਲਤੀ ਹੈ, ਚੇਂਜ ਕਰ ਲੈਣੀ ਹੈ। ਜੇਕਰ ਸਮੀਕਰਨ KX ਦੀ 2 + 2X + 3K = 0 ਦੀਆਂ ਮੁੱਲਾਂ ਦਾ ਜੋੜਫਲ ਉਹਦੇ ਗੁਣਨਫਲ ਦੇ ਬਰਾਬਰ ਹੈ ਤਾਂ K ਦਾ ਮੁੱਲ ਹੈ, ਠੀਕ ਹੈ। ਆਪਣੇ ਕੋਲ ਦੋ ਘਾਤੀ ਸਮੀਕਰਨ ਬਣ ਗਈ ਇਹ, AX ਦੀ 2 + BX + C = 0। ਤਾਂ ਇਹਦੇ ਵਿੱਚ ਆਪਣੇ ਕਹਿੰਦੇ ਇਹਨਾਂ ਦਾ ਮੂਲਾਂ ਦਾ ਜੋੜਫਲ ਆ ਜਿਹੜਾ ਉਹ ਗੁਣਨਫਲ ਦੇ ਬਰਾਬਰ ਆ। ਆਪਾਂ ਨੂੰ ਪਤਾ ਵੀ ਜੋੜਫਲ -B/A ਹੁੰਦਾ ਗੁਣਾ C/A ਹੁੰਦੀ ਹੈ, ਤਾਂ ਆਪਾਂ ਬਰਾਬਰ ਕਰ ਦਾਂਗੇ। ਮਤਲਬ 2/K ਬਰਾਬਰ ਕਿਹਦੇ ਹੋ ਜਾਊਗਾ? ਜਿਹੜੀ ਗੁਣਾ ਹੁੰਦੀ ਹੈ ਤਾਂ ਉਹਨੂੰ -B/A ਲਿਖਦੇ ਹਾਂ, ਮਤਲਬ -2/K। K ਆਪਣੇ ਕੋਲ ਇੱਥੇ A ਦਾ ਕੰਮ ਕਰ ਰਿਹਾ, A ਆ ਜਿਹੜਾ ਉਹ K ਹੈ, ਠੀਕ ਹੈ। C/A, C ਆਪਣੇ ਕੋਲ ਕਿੰਨਾ ਵੀ ਇੱਥੇ 3K, A ਕਿੰਨਾ ਆਪਣੇ ਕੋਲ K ਨਾਲ K ਕੈਂਸਲ, ਮਤਲਬ ਇੱਥੇ ਇਕੱਲਾ 3 ਬਚ ਗਿਆ, ਠੀਕ ਹੈ। ਜੇ ਇਹਨੂੰ ਅਸੀਂ ਹੱਲ ਕਰਾਂਗੇ ਇਹ ਬਣ ਜੂ -2/K = 3, ਜਾਂ ਅਸੀਂ ਕਹਿ ਲਈਏ ਇਹ ਉੱਧਰ ਜਾ ਕੇ ਗੁਣਾ ਹੋ ਜਾਊਗਾ -2 = 3K, ਜਾਂ ਅੱਗੇ ਅਸੀਂ ਹੱਲ ਕਰਾਂਗੇ K = -2/3, ਠੀਕ ਹੈ। ਆਪਣੇ ਕੋਲ ਇਹ ਫਾਰਮੂਲਾ ਹੁੰਦਾ ਬੇਟਾ, ਸਿਫਰਾਂ ਦਾ ਜੋੜ ਕੱਢਣ ਦਾ ਫਾਰਮੂਲਾ ਹੁੰਦਾ -B/A। ਉਹ ਕਿਹਦੇ ਬਰਾਬਰ ਰੱਖਦਾ? ਆਪਾਂ ਸਿਫਰਾਂ ਦੀ ਗੁਣਾ ਯਾਨੀ ਕਿ C/A ਦੇ ਬਰਾਬਰ ਰੱਖਦਾ, ਤਾਂ ਉੱਥੇ ਸਾਡੇ ਕੋਲ K ਦਾ ਮੁੱਲ ਆ ਗਿਆ -2/3, ਠੀਕ ਹੈ। ਚੌਥੀ ਆਪਸ਼ਨ ਆ ਜੂਗੀ। ਨੈਕਸਟ ਕੁਐਸਚਨ ਹੈ 4x1 x2 x3 28 ਇੱਕ ਅੰਕ ਗਣਿਤਕ ਲੜੀ ਹੈ ਤਾਂ x3 ਦਾ ਮੁੱਲ ਕਿੰਨਾ ਹੋਏਗਾ? ਹੁਣ ਜੇ ਇਹ ਬੇਟਾ ਅੰਕ ਗਣਿਤਕ ਲੜੀ ਹੈ ਤਾਂ ਇਹਦੇ ਵਿੱਚ ਸਾਂਝਾ ਅੰਤਰ ਬਰਾਬਰ ਹੋਏਗਾ, ਤਾਂ ਅਸੀਂ ਇੱਥੋਂ ਸਾਂਝਾ ਅੰਤਰ ਬਰਾਬਰ ਕੱਢ ਕੇ ਹੀ ਮਤਲਬ ਇਸ ਨੂੰ ਹੱਲ ਕਰ ਸਕਦੇ ਹਾਂ। ਤਾਂ 4 - x1 ਬਰਾਬਰ ਹੋਊਗਾ 28 - x3 ਵਿਚ ਬਰਾਬਰ ਹੋਊਗਾ, ਜਾਂ ਅਸੀਂ ਹਰੇਕ ਕੇਸ ਦੇ ਵਿੱਚ x2 ਦੀ ਵੈਲੂ ਕੱਢ ਲਾਂਗੇ, ਠੀਕ ਹੈ। ਉਹ ਅਸੀਂ ਦੇਖ ਸਕਦੇ ਹਾਂ ਇੱਥੋਂ, ਜਿਵੇਂ ਆਪਾਂ x3 ਇੱਕ ਤਾਂ ਇਹ ਦੋਨੋਂ ਬਰਾਬਰ ਹੋਣਗੇ, ਜਾਂ x2 ਜੋ x1 ਕੱਢ ਦਈਏ ਫਿਰ ਵੀ ਮਤਲਬ ਸਾਡੇ ਕੋਲ D ਨਿਕਲੂਗਾ, ਇਹ ਵੀ ਇਹਨਾਂ ਦੇ ਬਰਾਬਰ ਹੀ ਹੋਊਗਾ, ਠੀਕ ਹੈ। x3 ਦੇ ਵਿੱਚੋਂ ਅਸੀਂ x2 ਕੱਢ ਦਾਂਗੇ, ਇਹ ਵੀ ਦੋਨੋਂ ਬਰਾਬਰ ਹੋਣਗੇ, ਠੀਕ ਹੈ। ਕਲੀਅਰ ਹੈ ਨਾ? x1 ਅਤੇ x3 ਆਪਸ ਦੇ ਵਿੱਚ ਇੱਥੋਂ ਰਿਲੇਟ ਕਰਕੇ ਅਸੀਂ ਕੱਢ ਸਕਦੇ ਹਾਂ, ਠੀਕ ਹੈ। ਅਤੇ x2 x1 ਤੋਂ ਇੱਥੋਂ ਵੀ ਰਿਲੇਟ ਹੋ ਕੇ ਨਿਕਲ ਸਕਦੇ ਨੇ, ਮਤਲਬ ਆਪ ਜਿਹੜੀਆਂ ਦੋਨੋਂ ਨੇ
ਇਹ x3 ਅਤੇ x1 ਨੂੰ ਆਪਸ ਦੇ ਵਿੱਚ ਰਿਲੇਟ ਕਰਦੀਆਂ ਨੇ। ਠੀਕ ਹੈ, ਅਸੀਂ ਇਹਨਾਂ ਦੋਹਾਂ ਨੂੰ ਬਰਾਬਰ ਕਰਕੇ x1 x2 ਇੱਥੋਂ ਜਿਹੜੀ ਸਾਡੀ ਵੈਲਿਊ ਨਿਕਲੂਗੀ ਉਹ ਨਿਕਲੂਗੀ x3 x2 ਦੀ, ਕਿਉਂਕਿ x2 ਹੈ ਜਿਹੜਾ ਦੋਹਾਂ 'ਚ ਸਾਂਝਾ ਆ ਰਿਹਾ ਹੈ। ਦੇਖੋ ਬੇਟਾ, ਜਾਂ ਆਪਾਂ ਇਸ ਨੂੰ ਇੱਕ ਹੋਰ ਤਰੀਕੇ ਨਾਲ ਵੀ ਕਰ ਸਕਦੇ ਹਾਂ। ਇਹ ਅਸੀਂ ਮਿਲ ਲੈਂਦੇ ਹਾਂ ਵੀ 4 ਹੈ ਪਹਿਲਾ ਪਦ ਹੈ, ਅਤੇ ਦੂਸਰਾ ਇਹ ਤੀਸਰਾ, ਇਹ ਚੌਥਾ ਅਤੇ ਇਹ ਪੰਜਵਾਂ। ਮਤਲਬ ਇਹ 5 ਹੈ ਜਿਹੜਾ ਪੰਜਵਾਂ ਪਦ ਸਾਨੂੰ 28 ਦਿੱਤਾ। ਹੁਣ ਪੰਜਵੇਂ ਪਦ ਨੂੰ ਕੀ ਲਿਖ ਸਕਦੇ ਹਾਂ, a ਪਲੱਸ ਅਸੀਂ 4d ਲਿਖ ਸਕਦੇ ਹਾਂ, ਉਹ ਆਪਾਂ ਨੂੰ 28 ਦੇ ਰੱਖਿਆ। ਇਹ ਸਾਨੂੰ 4 ਦਿੱਤਾ ਹੈ, ਉਧਰ ਜਾ ਕੇ ਮਾਈਨਸ ਹੋ ਜਾਊਗਾ। 4d 28 ਮਾਈਨਸ 4, 4d 28 'ਚੋਂ 4 ਕੱਢ ਦਾਂਗੇ, ਆਪਣੇ ਕੋਲ ਕਿੰਨਾ ਬਣ ਜੂ ਬੇਟਾ 24। ਤਾਂ d ਕਿੰਨਾ ਬਣ ਜੂ 24/4, ਯਾਨੀ ਕਿ ਕਿੰਨਾ ਬਣ ਜੂਗਾ 6। ਹੁਣ d ਆਪਣੇ ਕੋਲ ਕਿੰਨਾ ਬਣ ਗਿਆ 6। ਹੁਣ ਜਿਹੜਾ ਆਪਾਂ x3 ਪਤਾ ਕਰਨਾ, ਇਹ ਕਿੰਨਵਾਂ ਪਦ ਹੈ ਚੌਥਾ, ਇਹ 4 ਪਤਾ ਕਰਨਾ, ਤਾਂ ਇਹ 4 ਕਿੰਨਾ ਹੋਊਗਾ a ਪਲੱਸ 3d ਹੋਊਗਾ। ਇਹ ਸਾਨੂੰ ਪਤਾ ਹੈ 4 ਹੈ, ਇਹ ਸਾਨੂੰ ਪਤਾ 4 ਹੈ, d ਸਾਨੂੰ ਪਤਾ ਵੀ ਕਿੰਨਾ ਕੱਢ ਲਿਆ ਅਸੀਂ d 6, ਤਾਂ ਇੱਥੇ d 6 ਭਰ ਦਾਂਗੇ। 4 + 6 = 18, 18 ਅਤੇ 4 ਕਿੰਨੇ ਹੋ ਜਾਣਗੇ 22। ਠੀਕ ਹੈ, ਤਾਂ ਜਿਹੜਾ x3 ਹੈ ਉਹ ਸਾਡੇ ਕੋਲ ਕਿੰਨਾ ਉੱਤਰ ਆ ਜਾਊਗਾ ਉਹਦਾ 22। ਠੀਕ ਹੈ, ਇਹਨੂੰ ਸ਼ੁਰੂ ਤੋਂ ਹੀ ਮੰਨ ਲੈਂਦੇ ਹਾਂ ਵੀ ਇਹ ਜਿਹੜੀ ਅੰਕ ਗਣਿਤ ਲੜੀ ਹੈ 4 ਤੋਂ ਹੀ ਸ਼ੁਰੂ ਹੁੰਦੀ ਹੈ। ਤਾਂ a ਹੈ ਜਿਹੜਾ ਪਹਿਲਾ ਪਦ ਸਾਡੇ ਕੋਲ 4 ਦਿੱਤਾ, ਇਹ ਪੰਜਵਾਂ ਜਿਹੜਾ 28 ਦਿੱਤਾ ਸਾਨੂੰ। ਠੀਕ ਹੈ, ਮਤਲਬ a ਪੰਜਵਾਂ a + 4d ਸਾਨੂੰ 28 ਦਿੱਤਾ। ਇਹ ਜਿਹੜਾ 4 ਹੈ ਉੱਧਰ ਜਾ ਕੇ ਮਾਈਨਸ ਦਾ ਹੋ ਜੂ, 28 ਚੋਂ 4 ਨਿਕਲ ਜਾਣਗੇ 24, 4d ਬਰਾਬਰ 24 ਅਤੇ d ਬਰਾਬਰ 24/4 ਯਾਨੀ ਕਿ 6। ਹੁਣ a 4 ਅਸੀਂ ਕੱਢਣਾ, x3 ਹੈ ਜਿਹੜਾ ਇਹ ਚੌਥੇ ਨੰਬਰ 'ਤੇ ਹੈ, ਚੌਥਾ ਪਦ ਹੈ, a + 3d ਹੋਊਗਾ। ਤਾਂ 4 + 3 × 6, 18 ਅਤੇ 4 22 ਹੋ ਜੂਗਾ। ਠੀਕ ਹੈ, ਤਾਂ ਇਸ ਕੇਸ ਦੇ ਵਿੱਚ ਕੀ ਆ ਜਾਏਗਾ ਉੱਤਰ 22 ਹੋ ਜਾਏਗਾ। ਇਹ ਕੁਐਸਚਨ ਆ ਜਿਹੜਾ ਇਹ ਆਪਣੇ ਫਿਲਹਾਲ ਸਿਲੇਬਸ ਦੇ ਵਿੱਚ ਨਹੀਂ ਹੈ। ਇਹ ਹੈਗਾ ਵੀ ਇੱਕ ਤ੍ਰਿਭੁਜ ABC ਸਮਰੂਪ ਤ੍ਰਿਭੁਜ PQR ਹੈ, ਅਤੇ ਇਹਨਾਂ ਦੇ ਖੇਤਰਫਲਾਂ ਦਾ ਅਨੁਪਾਤ ਸਾਨੂੰ ਦਿੱਤਾ। ਜੇ AB 18 ਤਾਂ PQ ਕਿੰਨਾ ਹੈ। ਤਾਂ ਇਹ ਆਪਣੇ ਕੋਲ ਥਿਓਰਮ ਵੀ ਹੈ ਤ੍ਰਿਭੁਜ ਚੈਪਟਰ ਦੇ ਵਿੱਚ ਵੀ, ਦੋ ਸਮਰੂਪ ਤ੍ਰਿਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ ਇਹਨਾਂ ਦੀਆਂ ਭੁਜਾਵਾਂ ਦੇ ਅਨੁਪਾਤ ਦੇ ਵਰਗ ਦੇ ਬਰਾਬਰ ਹੁੰਦਾ ਹੈ। ਠੀਕ ਹੈ, ਤਾਂ ਇਹਨਾਂ ਦੇ ਖੇਤਰਫਲਾਂ ਦਾ ਜਿਹੜਾ ਅਨੁਪਾਤ ਸਾਨੂੰ ਦਿੱਤਾ 9/4, ਉਹਨੂੰ ਅਸੀਂ ਭੁਜਾਵਾਂ ਦੇ ਅਨੁਪਾਤ ਦੇ ਵਰਗ ਦੇ ਬਰਾਬਰ ਲਿਖ ਸਕਦੇ ਹਾਂ। AB ਦੀ 2/PQ ਦੀ 2, 9/4। AB ਸਾਨੂੰ ਕਿੰਨੀ ਦਿੱਤੀ 18, ਮਤਲਬ ਇਹਨੂੰ 18 ਦੀ 2 ਲਿਖ ਦਾਂਗੇ, 18 × 18, ਅਤੇ PQ ਦੀ 2 ਅਸੀਂ ਪਤਾ ਕਰਨੀ ਆ, ਕ੍ਰੋਸ ਗੁਣਾ ਕਰਾਂਗੇ। ਠੀਕ ਹੈ, ਕ੍ਰੋਸ ਗੁਣਾ ਕਰ ਦਾਂਗੇ, ਤਾਂ 9 ਨੂੰ ਅਸੀਂ PQ ਦੀ 2 ਨਾਲ ਗੁਣਾ ਕਰ ਦਾਂਗੇ। ਜਿਹੜਾ ਦੂਸਰਾ ਹੈ 18 × 18, 4 ਇੱਧਰ ਹੋ ਜੂ, ਜਿਹੜਾ 9 ਇੱਧਰ ਗੁਣਾ 'ਚ ਇੱਧਰ ਆ ਕੇ ਭਾਗ 'ਚ ਹੋ ਜੂਗਾ, ਤਾਂ 9 ਦੂਣੀ 18। ਠੀਕ ਹੈ, 18 × 8, ਤਾਂ ਇਹ ਹੋ ਗਿਆ 144। PQ ਦੀ 2 ਬਰਾਬਰ 144, ਤਾਂ PQ ਕਿੰਨਾ ਆ ਜੂ ਸਾਡੇ ਕੋਲ 12, ਕਿਉਂਕਿ 12 ਨੂੰ 12 ਨਾਲ ਗੁਣਾ ਕਰਕੇ ਕਿੰਨਾ ਆ ਜੂਗਾ 44। ਤਾਂ ਜਿਹੜਾ ਅਸੀਂ PQ ਕੱਢਣਾ ਸੀ ਉਹ ਕਿੰਨਾ ਆ ਜੂਗਾ 12 ਸੈਂਟੀਮੀਟਰ। ਠੀਕ ਹੈ, ਇਹ ਆਪਣੇ ਕੋਲ ਤ੍ਰਿਭੁਜਾਂ ਦੇ ਵਿੱਚ ਇੱਕ ਥਿਓਰਮ ਆ ਬੇਟਾ ਵੀ ਦੋ ਸਮਰੂਪ ਤ੍ਰਿਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ ਉਹਨਾਂ ਦੀਆਂ ਭੁਜਾਵਾਂ ਦੇ ਅਨੁਪਾਤ ਦੇ ਵਰਗ ਦੇ ਬਰਾਬਰ ਹੁੰਦਾ। ਉੱਥੋਂ ਅਸੀਂ ਕੱਢ ਸਕਦੇ ਹਾਂ ਕਿੰਨਾ ਆ ਗਿਆ ਸਾਡੇ ਕੋਲ, ਇਹ 12 ਆ ਗਿਆ। ਠੀਕ ਹੈ, ਅੱਗੇ ਲਾਸਟ ਵਾਲਾ ਕੁਐਸਚਨ ਦੇਖੋ, n - 2/n + 1, 1 + 2 + 3 ਅਪ ਟੂ n + 1 ਦਾ ਜਿਹੜਾ ਮੁੱਲ ਹੈ ਉਹ ਕਹਿੰਦੇ ਜਿੱਥੇ n ਇੱਕ ਧਨਾਤਮਕ ਸੰਪੂਰਨ ਸੰਖਿਆ ਦਾ ਮੁੱਲ ਕਿੰਨਾ ਹੋਏਗਾ। ਦੇਖੋ ਹੁਣ ਆਪਣੇ ਕੋਲ ਜੇ n ਤੱਕ ਜਾਂਦਾ ਇਹ ਜੋੜ, ਪਹਿਲੀਆਂ ਧਨ ਸੰਪੂਰਨ ਸੰਖਿਆਵਾਂ n ਦਾ ਜੋੜ ਇਹ ਹੁੰਦਾ n + 1/2। ਹੁਣ ਇਹ n + 1 ਤੱਕ ਜਾਂਦਾ ਤਾਂ ਇਹ ਹੋ ਜੂਗਾ n + 1 n + 2/2n ਹੋ ਜੂ, ਮਤਲਬ ਜਿੱਥੇ n ਆ ਉੱਥੇ ਅਸੀਂ n + 1 ਲਿਖ ਦਾਂਗੇ। ਠੀਕ ਹੈ, ਇੱਥੋਂ ਅਸੀਂ ਭਰ ਦਿੰਦੇ ਹਾਂ ਇਸ ਫਾਰਮੂਲੇ 'ਤੇ, ਤਾਂ ਇਹਦਾ ਮੁੱਲ ਕਿੰਨਾ ਆ ਜੂ n - 2/n + 1, ਮਤਲਬ ਇੱਥੇ ਆ ਗਿਆ n + 1 n + 2/2, n + 1 ਨਾਲ n + 1 ਕੈਂਸਲ, 2 ਨਾਲ 2 ਕੈਂਸਲ, ਮਤਲਬ n - 2। ਆ ਮਾਈਨਸ ਆ ਜਿਹੜੀ ਇਹਦੇ ਨਾਲ ਅੰਦਰ ਗੁਣਾ ਹੋ ਗਈ ਨਾ, ਆਹ ਵਾਲੀ ਮਾਈਨਸ ਇਹਦੇ ਨਾਲ ਅੰਦਰ ਗੁਣਾ ਹੋ ਗਈ, ਤਾਂ n ਨਾਲ n ਕੈਂਸਲ, ਸਾਡਾ ਉੱਤਰ ਕਿੰਨਾ ਬਚ ਗਿਆ
-2 बच गया। ठीक है बेटा, ਇਹਦੇ ਲਈ -2 ਆ ਜਿਹੜਾ ਉਹ ਸਹੀ ਆਪਸ਼ਨ ਆਊਗੀ। ਠੀਕ ਹੈ, ਇਹ ਸੀ ਤੁਹਾਡਾ ਸੈਂਪਲ ਪੇਪਰ 10ਵੀਂ ਮੈਥ ਲਈ। ਠੀਕ ਹੈ, ਮੈਨੂੰ ਉਮੀਦ ਆ ਤੁਸੀਂ ਇਸ ਸੈਂਪਲ ਪੇਪਰ ਦੇ ਵਿੱਚੋਂ ਕਾफ़ੀ ਕੁਛ ਸਿੱਖ ਲਿਆ ਹੋਵੇਗਾ। ਥੈਂਕ ਯੂ ਬੇਟਾ।